23 ਸਾਲਾਂ ਦੀ ਛੋਟੀ ਜਿਹੀ ਉਮਰ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਹੋਰੀ ਇਸ ਦੇਸ਼ ਨੂੰ, ਇਸ ਵਤਨ ਨੂੰ ਅਲਵਿਦਾ ਕਹਿ ਗਏ। ਜੋ ਉਹਨਾਂ ਨੇ 23 ਸਾਲ ਦੀ ਉਮਰ 'ਚ ਕਰ ਵਿਖਾਇਆ, ਮਾਫ ਕਰਿਓ, ਅਸੀਂ 80 ਸਾਲ ਦੀ ਉਮਰ ਲੈ ਕੇ ਵੀ ਨਹੀਂ ਕਰ ਸਕਦੇ। ਕੀ ਨਹੀਂ ਕੀਤਾ ਉਹਨਾਂ ਨੇ। ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਕਿੰਨੀ ਸੀ, ਉਹਨਾਂ 'ਚ ਜਜ਼ਬਾ ਕਿੰਨਾ ਸੀ, ਸੰਘਰਸ਼ ਕਰਨ ਦੀ ਤਾਕਤ ਕਿੰਨੀ ਸੀ ਉਹਨਾਂ ਦੇ ਵਿੱਚ। ਤੇ ਇਹ ਸਭ ਮਿਲਿਆ ਵਿਰਸੇ ਦੇ ਵਿੱਚ, ਖੂਨ ਦੇ ਵਿੱਚ ਮਿਲਿਆ, ਦਾਦਿਆਂ ਪੜਦਾਦਿਆਂ ਤੋਂ, ਬਜ਼ੁਰਗਾਂ ਤੋਂ ਮਿਲਿਆ। ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਪਗੜੀ ਸੰਭਾਲ ਜੱਟਾ ਲਹਿਰ ਦੇ ਮੋਢੀ ਸਨ। ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਜੀ ਲਾਲਾ ਲਾਜਪਤ ਰਾਏ ਨਾਲ ਤੇ ਹੋਰ ਆਗੂਆਂ ਨਾਲ, ਗਦਰ ਲਹਿਰ ਦੇ ਆਗੂਆਂ ਨਾਲ ਤੇ ਹੋਰ ਕਿਸਾਨ ਆਗੂਆਂ ਨਾਲ ਮੋਢਾ ਜੋੜ ਕੇ ਅੱਗੇ ਲੱਗਦੇ ਸਨ। ਉਹਨਾਂ ਦੇ ਚਾਚਾ ਸਰਦਾਰ ਸਵਰਨ ਸਿੰਘ ਜੀ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਤੇ ਉੱਥੇ ਉਹਨਾਂ ਦੀ ਜਾਨ ਨਿਕਲ ਗਈ ਸੀ। ਤਸ਼ੱਦਦ ਬਹੁਤ ਕੀਤਾ ਸੀ ਅੰਗਰੇਜ਼ਾਂ ਨੇ ਉਹਨਾਂ ਤੇ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਸਾਨੂੰ, ਸਾਡੇ ਬੱਚਿਆਂ ਨੂੰ, ਸਾਡੀ ਨਸਲ ਨੂੰ ਜੋ ਮਿਲਣਾ ਹੈ ਆਪਣੇ ਖੂਨ ਚੋਂ ਮਿਲਣਾ ਹੈ। ਜਿਵੇਂ ਸਿਆਣੇ ਕਹਿੰਦੇ ਨੇ ਗੁੜਤੀ ਮਿਲਦੀ ਹੈ, ਇਹ ਗੁੜਤੀ ਮਿਲੀ ਸੀ ਸਰਦਾਰ ਭਗਤ ਸਿੰਘ ਹੋਰਾਂ ਨੂੰ ਦੇਸ਼ ਭਗਤੀ ਦੀ। ਇਹ ਗੁੜਤੀ ਮਿਲੀ ਸੀ ਵੀ ਇੱਕ 23 ਸਾਲਾਂ ਦਾ ਨੌਜਵਾਨ ਹੱਸ ਕੇ ਫਾਂਸੀ ਦੇ ਰੱਸੇ ਤੇ ਚੁੰਮ ਕੇ ਉੱਤੇ ਲਟਕ ਗਿਆ, ਜਾਨ ਦੀ ਪਰਵਾਹੀ ਕੋਈ ਨਹੀਂ। ਇਹ ਗੁੜਤੀ ਮਿਲੀ ਸੀ। ਅਸੀਂ ਗੁੜਤੀ ਕਾਹਦੀ ਦਿੰਦੇ ਪਏ ਹਾਂ? ਜਿਹੜੇ ਕੋਈ 25 ਸਾਲ ਦੀ ਉਮਰ ਦੇ ਨੇ, ਇਹਨਾਂ ਨੂੰ ਪਬਜੀ ਨੇ ਖਾ ਲਿਆ, ਅੱਧਿਆਂ ਨੂੰ ਨਸ਼ੇ ਨੇ ਖਾ ਲਿਆ, ਜਿਹੜੇ ਥੋੜੇ ਜਿਹੇ ਵੱਡੇ ਨੇ ਉਹਨਾਂ ਨੂੰ ਟੈਨਸ਼ਨਾਂ ਨੇ ਖਾ ਲਿਆ। ਮਾਫ ਕਰਿਓ, ਅਸੀਂ ਆਪਣੇ ਬੱਚਿਆਂ ਨੂੰ ਗੁੜਤੀ ਕਾਹਦੀ ਦੇ ਕੇ ਜਾਵਾਂਗੇ? ਨਸ਼ਿਆਂ ਦੀ, ਟੈਨਸ਼ਨਾਂ ਦੀ, ਸਟ੍ਰੈਸ ਦੀ, ਡਿਪਰੈਸ਼ਨ ਦੀ, ਬਿਮਾਰੀਆਂ ਦੀ, ਕਾਹਦੀ? ਅਸੀਂ ਆਪਣੇ ਬੱਚਿਆਂ ਨੂੰ ਗੁੜਤੀ ਦੇ ਕੇ ਜਾਈਏ, ਲੜ ਲਾ ਕੇ ਜਾਈਏ ਗੁਰੂ ਗ੍ਰੰਥ ਸਾਹਿਬ ਦੇ। ਅਸੀਂ ਆਪਣੇ ਬੱਚਿਆਂ ਨੂੰ, ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਆਪਣੇ ਪੋਤੇ ਪੜੋਤਿਆਂ ਨੂੰ ਗੁਰੂ ਸਾਹਿਬ ਦੇ ਪੱਲੇ ਬੰਨ੍ਹ ਜਾਈਏ, ਗੁਰਬਾਣੀ ਨਾਲ ਜੋੜ ਜਾਈਏ, ਇਤਿਹਾਸ ਨਾਲ ਜੋੜ ਜਾਈਏ, ਸਿੱਖੀ ਨਾਲ ਜੋੜ ਜਾਈਏ। ਕਹਿੰਦੇ ਇੱਕ ਵਾਰ ਦੀ ਗੱਲ, ਸਰਦਾਰ ਭਗਤ ਸਿੰਘ ਹੋਰੀ ਨਾ ਖੇਤ ਦੇ ਵਿੱਚ, ਪੈਲੀ ਦੇ ਵਿੱਚ ਆਪਣੇ ਪਿਤਾ ਜੀ ਨਾਲ ਖੇਤ ਵਿੱਚ ਗਏ। ਉੱਥੇ ਉਹਨਾਂ ਦੇ ਪਿਤਾ ਜੀ ਕੋਈ ਕੰਮ 'ਚ ਰੁੱਝ ਗਏ। ਹੁਣ ਸੁਭਾਵਿਕ ਜੀ ਗੱਲ ਹੈ, ਜੇ ਖੇਤ ਜਾਏ ਤਾਂ ਬੰਦਾ ਕੰਮ ਕਰਨ ਹੀ ਜਾਣਾ। ਉਹ ਕੰਮ 'ਚ ਰੁੱਝ ਗਏ ਤੇ 15-20 ਮਿੰਟ ਬਾਅਦ, ਅੱਧੇ ਘੰਟੇ ਬਾਅਦ ਇੱਧਰ ਉੱਧਰ ਵੇਖਿਆ, ਕਹਿੰਦੇ ਭਗਤ ਕਿਤੇ ਵੀ ਨਹੀਂ ਦਿਖਦਾ ਪਿਆ। ਆਵਾਜ਼ਾਂ ਮਾਰੀ ਗਏ, ਭਗਤਿਆ ਕਿੱਥੇ ਆ, ਭਗਤਿਆ ਕਿੱਥੇ ਆ? ਕੋਈ 5-7 ਮਿੰਟ ਲੱਭਦੇ ਰਹੇ। ਕਹਿੰਦੇ ਇੱਕ ਕਿੱਲੇ ਦੇ ਵਿੱਚ, ਜ਼ਮੀਨ ਦੇ ਵਿੱਚ ਸਰਦਾਰ ਭਗਤ ਸਿੰਘ ਹੋਰੀ ਛੋਟੇ ਛੋਟੇ ਉਹ ਕਿੱਕਰ ਦੇ ਹੁੰਦੇ ਨੇ ਨਾ, ਉਹ ਲੱਕੜ ਦੀ ਮੁੱਠ ਬਣੀ ਹੁੰਦੀ ਹੈ, ਉਹਨੂੰ ਧਰਤੀ ਦੇ ਵਿੱਚ ਗੱਡ ਰਹੇ ਸਨ, ਉਹਨੂੰ ਬੀਜ ਰਹੇ ਸਨ। ਸਰਦਾਰ ਕਿਸ਼ਨ ਸਿੰਘ ਹੋਰਾਂ ਨੇ ਕੋਲ ਜਾ ਕੇ ਨਾ ਗੋਦੀ 'ਚ ਚੁੱਕ ਲਿਆ। ਉਹ 15-20 ਐਵੇਂ ਕਿੱਕਰ ਦੇ ਉਹ ਬੀਜ, ਐਵੇਂ ਇਸ ਤਰ੍ਹਾਂ ਲੱਕੜਾਂ ਜੀ ਉਹ ਬੀਜੀਆਂ ਹੋਈਆਂ ਸਨ। ਸਰਦਾਰ ਕਿਸ਼ਨ ਸਿੰਘ ਹੋਰਾਂ ਨੇ ਕਹਿੰਦੇ ਗੋਦੀ 'ਚ ਚੁੱਕ ਕੇ ਮੋਢੇ ਤੇ ਘਨੇਰੇ ਤੇ ਬਿਠਾ ਲਿਆ। ਕਹਿੰਦੇ ਭਗਤਿਆ ਕੀ ਕਰਦਾ ਹੈ? ਤੇ ਸਰਦਾਰ ਭਗਤ ਸਿੰਘ ਹੋਰੀ ਕਹਿੰਦੇ ਮੈਂ ਬੰਦੂਕਾਂ ਬੀਜ ਰਿਹਾ। ਇਹ ਗੁੜਤੀ ਸੀ। ਵੇਖੋ, ਇਹਨੂੰ ਕਹਿੰਦੇ ਨੇ ਗੁੜਤੀ, ਜੋ ਬਚਪਨ ਤੋਂ ਸੀ। ਇੱਕ ਹੁੰਦੀ ਹੈ ਚੀਜ਼ ਸਿਖਾਉਣੀ ਪੈਂਦੀ ਹੈ, ਇੱਕ ਹੁੰਦਾ ਸਿੱਖਿਆ ਸਿਖਾਇਆ ਹੁੰਦਾ ਹੈ। ਤੁਸੀਂ ਆਪਣੇ ਬੱਚੇ ਨੂੰ ਪਾਠ ਸਿਖਾ ਰਹੇ ਹੋ, ਬਾਣੀ ਪੜ੍ਹਨੀ ਸਿਖਾ ਰਹੇ ਹੋ, ਇਹ ਗੱਲ ਵੀ ਚੰਗੀ ਹੈ। ਲੇਕਿਨ ਇੱਕ ਜੋ ਧੁਰੋਂ ਸਿੱਖੇ ਸਿਖਾਏ ਹੁੰਦੇ ਨੇ, ਕੁਝ ਮਾਲਕ ਵੱਲੋਂ ਹੁੰਦੇ ਨੇ ਤੇ ਕੁਝ ਘਰਦਿਆਂ ਦੀ ਗੁੜਤੀ ਏਡੀ ਸੋਹਣੀ ਹੁੰਦੀ ਹੈ, ਬਾਣੀ ਪੜ੍ਹਨ ਵਾਲਿਆਂ ਦੀ, ਨਾਮ ਜਪਣ ਵਾਲਿਆਂ ਦੀ। ਇਹ ਗੁੜਤੀ ਸੀ, ਉਸ ਸੰਘਰਸ਼ ਦੀ ਗੁੜਤੀ ਸੀ ਨਾ। ਕਹਿੰਦੇ ਸਰਦਾਰ ਕਿਸ਼ਨ ਸਿੰਘ ਨੇ ਪੁੱਛਿਆ ਭਗਤਿਆ ਕੀ ਕਰਦਾ ਹੈ? ਕਹਿੰਦੇ ਜੀ ਮੈਂ ਬੰਦੂਕਾਂ ਬੀਜ ਰਿਹਾ। ਫਿਰ ਸਰਦਾਰ ਕਿਸ਼ਨ ਸਿੰਘ ਕਹਿੰਦੇ ਭਗਤਿਆ ਬੰਦੂਕਾਂ ਬੀਜ ਕੇ ਕੀ ਕਰੇਗਾ? ਇੱਥੇ ਤੇ ਗੋਲੀਆਂ ਦੇ ਫਲ ਲੱਗਣਗੇ, ਫਲ ਕੌਣ ਖਾਏਗਾ? ਸਰਦਾਰ ਭਗਤ ਸਿੰਘ ਕਹਿੰਦੇ ਅੰਗਰੇਜ਼ ਖਾਣਗੇ। 7-8 ਸਾਲ ਦੀ ਛੋਟੀ ਜਿਹੀ ਉਮਰ ਸੀ। ਆਪਣੇ ਬੱਚਿਆਂ ਵੱਲ ਝਾਤੀ ਮਾਰ ਕੇ ਵੇਖੋ, 7-8 ਸਾਲ ਦੇ ਬੱਚੇ ਕਿੰਨਾ ਕੁ ਸਿੱਖੀ ਬਾਰੇ ਸੋਚਦੇ ਨੇ। ਚਲੋ ਉਦੋਂ ਤੇ ਦੇਸ਼ ਦੀ ਲੜਾਈ ਸੀ, ਅੱਜ ਸਿੱਖੀ ਦੀ ਲੜਾਈ ਹੈ। ਕਿੰਨਾ ਕੁ ਆਪਣੇ ਬੱਚੇ ਬਾਣੀ ਪੜ੍ਹਦੇ ਨੇ? ਪੜ੍ਹਦੇ ਹੋਣਗੇ ਭਾਗਾਂ ਵਾਲੇ ਕਈ, ਪਰ ਸਾਰੇ ਨਹੀਂ। ਮਾਫ ਕਰਿਓ, ਇੱਥੇ ਇੱਕ ਮੈਂ ਥੋੜ੍ਹੀ ਜਿਹੀ ਗੱਲ ਕਰਨ ਲੱਗਾ
ਮੈਨੂੰ ਕਿਸੇ ਨੇ ਪੁੱਛਿਆ, ਕਹਿੰਦੇ ਜੀ ਕੇਸ ਰੱਖਣੇ ਕਿਉਂ ਜ਼ਰੂਰੀ ਨੇ, ਸਿੱਖੀ ਦਾ ਕੇਸਾਂ ਨਾਲ ਕੀ ਸੰਬੰਧ ਹੈ? ਮੈਂ ਕਿਹਾ ਜੇ ਕੇਸਾਂ ਨਾਲ ਕੋਈ ਸੰਬੰਧ ਨਹੀਂ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਨੂੰ ਕੀ ਲੋੜ ਸੀ ਨੀਹਾਂ 'ਚ ਚਿਣੇ ਜਾਣ ਦੀ? ਕੀ ਲੋੜ ਸੀ? ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਨਾਰ ਲਾਇਆ, ਉਹਨਾਂ ਨੇ 3 ਬਚਨ ਕਹੇ, 3 ਰਿਸਪੌਂਸਿਬਿਲਟੀਜ਼ ਦਿੱਤੀਆਂ, ਉਹਨਾਂ 'ਚੋਂ ਪਹਿਲੀ ਸੀ ਕੇਸ ਨਹੀਂ ਕਟਾਉਣੇ। ਗੁਰੂ ਨਾਨਕ ਸਾਹਿਬ ਨੇ ਇਹ ਉਦੋਂ ਭਾਈ ਮਰਦਾਨਾ ਜੀ ਨੂੰ ਕਿਹਾ ਸੀ। ਕੀ ਲੋੜ ਸੀ ਉਹਨਾਂ ਨੂੰ? ਸੋ ਇਹ ਗਲਤ ਮਲਤ ਜਿਹੀਆਂ ਗੱਲਾਂ ਸਾਡੇ ਵਿੱਚ ਅੱਜ ਹਾਵੀ ਹੋ ਰਹੀਆਂ ਨੇ, ਕਿਉਂਕਿ ਜ਼ਮਾਨਾ ਹੀ ਇਹੋ ਜਿਹਾ ਚੱਲ ਪਿਆ। ਅਸੀਂ ਗੁਰੂ ਘਰਾਂ ਨੂੰ ਛੱਡ ਕੇ ਪੱਬਾਂ ਕਲੱਬਾਂ ਵੱਲ ਜਾਈ ਜਾਂਦੇ ਹਾਂ, ਸ਼ਰਾਬਾਂ ਵੱਲ ਜਾਈ ਜਾਂਦੇ ਹਾਂ। ਅਸੀਂ ਗੁਰੂ ਸਾਹਿਬ ਦਾ ਪੱਲਾ ਛੱਡੀ ਜਾਂਦੇ ਹਾਂ। ਮਾਫ਼ ਕਰਿਓ, ਕਈਆਂ ਨੇ ਤੇ ਆਪ ਹੀ ਛੱਡਦਾ, ਕਈਆਂ ਨੂੰ ਛਡਵਾਇਆ ਗਿਆ, ਕਈਆਂ ਨੂੰ ਛਡਵਾਇਆ ਜਾ ਰਿਹਾ ਹੈ ਸਤਿਗੁਰਾਂ ਦਾ ਪੱਲਾ। ਕਈ ਸਾਡੇ 'ਚ ਬਾਬੇ ਇਹੋ ਜਿਹੇ ਆ ਗਏ ਨੇ, ਪਖੰਡ ਕਰਦੇ ਨੇ, ਮੱਥੇ ਟਕਵਾਉਂਦੇ ਨੇ, ਕਰਮ ਕਾਂਡ ਕਰਦੇ ਨੇ। ਫਿਰ ਬੱਚਿਆਂ ਦਾ ਵੀ, ਸਾਡੇ ਨੌਜਵਾਨਾਂ ਦਾ, ਸਾਡੀ ਪੀੜ੍ਹੀ ਦਾ ਵੀ ਜੀਅ ਨਹੀਂ ਕਰਦਾ ਗੁਰੂ ਘਰ ਜਾਣ ਨੂੰ, ਜਦੋਂ ਕੰਮ ਇਹੋ ਜਿਹੇ ਕਰਨੇ ਨੇ। ਤੇ ਕਈ ਗੈਰ ਸਿੱਖ ਡੇਰੇ ਵੀ ਨੇ, ਉਹ ਵੀ ਆਹੀ ਗੱਲ ਪ੍ਰਮੋਟ ਕਰਦੇ ਪਏ ਨੇ। ਮਾਫ਼ ਕਰਿਓ, ਬਾਬਿਆਂ ਨਾਲੋਂ ਪੱਲੇ ਲੱਗਣ ਦੇ ਬਜਾਏ ਜੇ ਆਪਣੇ ਸਤਿਗੁਰੂ ਦੇ ਪੱਲੇ ਲੱਗੀਏ ਤਾਂ ਉਹਨਾਂ ਵਰਗੀ ਰੀਸ ਹੀ ਕੋਈ ਨਹੀਂ। ਤੇ ਮੈਂ ਫੇਰ ਉਹੀ ਗੱਲ ਕਰਦਾ, ਉਹ ਗੁੜਤੀ ਸੀ ਸਰਦਾਰ ਭਗਤ ਸਿੰਘ ਹੋਰਾਂ ਦੀ, ਜੋ ਉਹਨਾਂ ਨੂੰ ਵਿਰਾਸਤ 'ਚ ਮਿਲੀ। ਕਹਿੰਦੇ ਗਾਂਧੀ ਨੇ ਨਾ ਨਾਨ ਕੋਰਪੋਰੇਸ਼ਨ ਮੂਵਮੈਂਟ ਸ਼ੁਰੂ ਕਰਤੀ 1920 ਦੇ ਵਿੱਚ। ਉਹਨੇ ਕਿਹਾ ਬੱਚੇ ਸਰਕਾਰੀ ਸਕੂਲ ਛੱਡ ਦੇਣ, ਜ਼ਿਮੀਂਦਾਰ ਸਰਕਾਰੀ ਖਦਾਨਾਂ 'ਚੋਂ ਰੇਹਾਂ ਸਪਰੇਆਂ, ਜੋ ਵੀ ਉਦੋਂ ਖਾਦ ਕੁਛ ਵੀ ਆਉਂਦਾ ਸੀ, ਉਹ ਬੀਜ ਲੈਣਾ ਛੱਡ ਦੇਣ, ਸਰਕਾਰੀ ਗੋਦਾਮਾਂ ਨੂੰ ਭਰਨਾ ਛੱਡ ਦੇਣ, ਵਕੀਲ ਨੌਕਰੀਆਂ ਛੱਡ ਦੇਣ, ਸਰਕਾਰੀ ਮੁਲਾਜ਼ਮ ਨੌਕਰੀਆਂ ਛੱਡ ਦੇਣ, ਵਕੀਲ ਆਪਣੇ ਚੈਂਬਰਾਂ 'ਚੋਂ ਬਾਹਰ ਆ ਜਾਣ। ਅੰਗਰੇਜ਼ਾਂ ਦੀਆਂ ਜੋ ਵਸਤੂਆਂ ਨੇ, ਜੋ ਉਹਨਾਂ ਦੇ ਕੱਪੜੇ ਲੀੜੇ ਨੇ, ਜੋ ਉਹਨਾਂ ਦਾ ਸਮਾਨ ਵਿਕਦਾ, ਉਹਨੂੰ ਖਰੀਦਣਾ ਬੰਦ ਕਰ ਦਿਓ। ਤੇ ਗਾਂਧੀ ਕਹਿੰਦਾ ਮੈਂ 1 ਸਾਲ ਦੇ ਵਿੱਚ ਆਜ਼ਾਦੀ ਦਿਵਾ ਦਿਆਂਗਾ। ਸਰਦਾਰ ਭਗਤ ਸਿੰਘ 11-12 ਸਾਲ ਦੀ ਉਮਰ ਉਹਨਾਂ ਦੀ, 1907 ਦਾ ਜਨਮ ਸੀ ਤੇ 1920 ਦੇ ਵਿੱਚ ਇਹ ਅੰਦੋਲਨ ਗਾਂਧੀ ਨੇ ਸ਼ੁਰੂ ਕੀਤਾ। 12-13 ਸਾਲ ਦੀ ਉਮਰ ਬਣਦੀ ਹੈ ਸਰਦਾਰ ਭਗਤ ਸਿੰਘ ਹੋਰਾਂ ਦੀ। ਤੇ ਲੈਲਪੁਰ ਪਿੰਡ ਸੀ ਜੀ ਉਹਨਾਂ ਦਾ, ਪਾਕਿਸਤਾਨ ਦੇ ਵਿੱਚ, ਅੱਜ ਲਹਿੰਦਾ ਪੰਜਾਬ ਜਿਹੜਾ, ਲੈਲਪੁਰ ਦੇ ਇਲਾਕੇ ਦੇ ਸਰਦਾਰ ਭਗਤ ਸਿੰਘ ਜੀ, ਉਹਨਾਂ ਦਾ ਪਰਿਵਾਰ। ਤੇ ਕਹਿੰਦੇ ਸਾਰੇ ਪਿੰਡ 'ਚੋਂ, ਸਾਰੇ ਇਲਾਕੇ 'ਚੋਂ ਸਭ ਤੋਂ ਵੱਧ ਅੱਗੇ ਲੱਗ ਕੇ, ਕਹਿੰਦੇ 13 ਸਾਲ ਦਾ ਬੱਚਾ ਅੱਗੇ ਲੱਗਾ ਜਿਹਦਾ ਨਾਮ ਹੈ ਭਗਤ ਸਿੰਘ। ਗਾਂਧੀ ਪ੍ਰਤੀ ਬੜਾ ਵਿਸ਼ਵਾਸ ਬਣ ਗਿਆ। ਗਾਂਧੀ ਨੂੰ ਦੇਸ਼ ਦਾ ਰਾਜਾ ਸਮਝ ਲਿਆ। ਇਹ ਸਮਝ ਲਿਆ ਵੀ ਦੇਸ਼ ਆਜ਼ਾਦ ਗਾਂਧੀ ਕਰਵਾ ਸਕਦਾ। ਗਾਂਧੀ ਦੇ ਇਰਾਦਿਆਂ ਨਾਲ ਹਾਂ 'ਚ ਹਾਂ ਮਿਲਾਤੀ, ਕਿਉਂਕਿ ਉਮਰ ਵੀ ਕੱਚੀ ਸੀ, 12-13 ਸਾਲ ਤੇ ਉਮਰ ਵੀ ਕੋਈ ਨਹੀਂ ਹੁੰਦੀ, ਤੇ ਜਜ਼ਬਾ ਸ਼ੁਰੂ ਤੋਂ ਹੀ ਸੀ ਆਜ਼ਾਦੀ ਵਾਸਤੇ। ਤੇ ਇੱਕ ਛੋਟੀ ਜਿਹੀ ਕਹਿੰਦੇ ਕਿਰਨ ਦਿਸੀ ਗਾਂਧੀ ਦੇ ਥਰੂ। ਲੇਕਿਨ ਚੌਰੀ ਚੌਰਾ ਦੇ ਵਿੱਚ ਪੁਲਿਸ ਵਾਲਿਆਂ ਨੇ ਭੀੜ ਤੇ ਡੰਡੇ ਚਲਾਏ। ਗੁੱਸੇ 'ਚ ਆ ਕੇ ਭੀੜ ਨੇ ਥਾਣੇ ਨੂੰ ਅੱਗ ਲਾਤੀ, ਕੁਝ ਪੁਲਿਸ ਵਾਲੇ ਜ਼ਖਮੀ ਹੋਏ, 1-2 ਮਾਰੇ ਗਏ। ਇਸ ਤੋਂ ਬਾਅਦ ਕਹਿੰਦੇ ਖਦਸ਼ੇ 'ਚ ਆ ਕੇ, ਨਾਰਾਜ਼ ਹੋ ਕੇ, ਗਾਂਧੀ ਨੇ ਉਹ ਅੰਦੋਲਨ ਨਾਨ ਕੋਰਪੋਰੇਸ਼ਨ ਮੂਵਮੈਂਟ ਜਿਹੜੀ ਸੀ ਉਹ ਬੰਦ ਕਰਤੀ। ਵੈਸੇ ਬਹੁਤ ਵੱਡੀ ਗਲਤੀ ਕੀਤੀ, ਇਤਿਹਾਸ ਦੇ ਵਿੱਚ ਇਹਨੂੰ ਇੱਕ ਸਭ ਤੋਂ ਵੱਡੀ ਗਲਤੀ ਮੰਨਿਆ ਗਿਆ। ਇਸ ਗਲਤੀ ਕਰਕੇ ਆਜ਼ਾਦੀ ਪਾਉਣਾ ਹੋਰ ਦੂਰ ਚਲਾ ਗਿਆ। 27 ਸਾਲ ਹੋਰ ਇੰਤਜ਼ਾਰ ਕਰਨਾ ਪਿਆ ਆਜ਼ਾਦੀ ਪਾਉਣ ਵਾਸਤੇ, ਸਿਰਫ ਗਾਂਧੀ ਦੇ ਟੁੱਚੇ ਜੇ ਚੰਦ ਅਸੂਲਾਂ ਵਾਸਤੇ, ਥੋੜੇ ਜਿਹੇ ਉਹਦੇ ਅਸੂਲਾਂ ਵਾਸਤੇ ਆਜ਼ਾਦੀ ਪਾਉਣਾ ਔਖਾ ਹੋ ਗਿਆ। ਉਹਦੇ ਅਸੂਲ ਕੀ ਸੀ? ਨੌਨ ਵਾਇਲੈਂਸ। ਕਹਿੰਦਾ ਅਸੀਂ ਅਸ਼ਾਂਤੀ ਨਹੀਂ ਫੈਲਾਣੀ, ਅਸੀਂ ਬੰਦੇ ਨਹੀਂ ਮਾਰਨੇ, ਅਸੀਂ ਕੁੱਟਮਾਰ ਨਹੀਂ ਕਰਨੀ, ਅਸੀਂ ਤੇ ਕਹਿੰਦਾ ਪਿਆਰ ਨਾਲ ਹੀ ਆਜ਼ਾਦੀ ਦਵਾ ਦਿਆਂਗੇ। ਤੇ ਮਾਫ਼ ਕਰਿਓ, ਜੇ ਆਜ਼ਾਦੀ ਪਿਆਰ ਨਾਲ ਮਿਲਣੀ ਹੁੰਦੀ ਤੇ ਕਦੋਂ ਦੀ ਮਿਲ ਜਾਂਦੀ। ਕਹਿੰਦੇ ਜਦੋਂ ਮੂਵਮੈਂਟ ਬੰਦ ਹੋਈ, ਉਹ ਅੰਦੋਲਨ ਬੰਦ ਹੋਇਆ, ਸਰਦਾਰ ਭਗਤ ਸਿੰਘ ਹੋਰਾਂ ਦਾ ਗਾਂਧੀ ਪ੍ਰਤੋਂ ਪੂਰਾ ਵਿਸ਼ਵਾਸ ਉੱਠ ਗਿਆ। ਕਹਿੰਦੇ ਗਾਂਧੀ ਕੁਛ ਨਹੀਂ ਕਰ ਸਕਦਾ। ਇੱਕ ਧਾਰਨਾ ਬਣ ਗਈ ਮਨ ਦੇ ਵਿੱਚ ਵੀ ਇਹ ਨੌਨ ਵਾਇਲੈਂਸ ਨਾਲ ਅੰਗਰੇਜ਼ ਨਹੀਂ ਭੱਜੇ ਜਾ ਸਕਦੇ, ਅੰਗਰੇਜ਼ਾਂ ਤੋਂ ਵਤਨ ਨੂੰ ਆਜ਼ਾਦੀ ਨਹੀਂ ਦਵਾਈ ਜਾ ਸਕਦੀ ਜੇ ਨੌਨ ਵਾਇਲੈਂਸ ਦੇ ਹਿਸਾਬ ਨਾਲ ਚੱਲਾਂਗੇ। ਕਹਿਣ ਦਾ ਮਤਲਬ ਜੇ ਗਾਂਧੀ ਦੇ ਹਿਸਾਬ ਨਾਲ ਚੱਲਾਂਗੇ। ਸਰਦਾਰ ਭਗਤ ਸਿੰਘ ਦੇ ਮਨ 'ਚ ਇਹ ਗੱਲ ਬੈਠ ਗਈ, ਜੇ ਆਜ਼ਾਦੀ ਲੈਣੀ ਹੈ ਤਾਂ ਇੱਟ ਨਾਲ ਇੱਟ ਖੜਕਾਣੀ ਪਏਗੀ। ਵੱਡੇ ਹੋਏ, ਜਵਾਨ ਹੋਏ,
ਕਾਲਜ ਵਿੱਚ ਆਉਣ ਲੱਗੇ। ਨੈਸ਼ਨਲ ਕਾਲਜ ਲਾਲਾ ਲਾਜਪਤ ਰਾਏ ਨੇ ਸ਼ੁਰੂ ਕੀਤਾ ਸੀ। ਉੱਥੇ ਜਾ ਕੇ ਆਪਣੀ ਸੋਚ ਦੇ ਜਿਹੜੇ ਆਜ਼ਾਦੀ ਵਾਸਤੇ ਹੋਰ ਨੌਜਵਾਨ ਜਿਹੜੇ ਦਲੇਰ ਸਨ, ਜਿਹੜੇ ਜਜ਼ਬੇ ਵਾਲੇ ਸਨ, ਸਰਦਾਰ ਭਗਤ ਸਿੰਘ ਵਰਗੇ, ਸੁਖਦੇਵ ਥਾਪਰ ਹੋ ਗਏ, ਭਗਵਤੀ ਵੋਰਾ ਹੋ ਗਏ, ਕਿਸ਼ੋਰੀ ਲਾਲ ਹੋ ਗਏ, ਜਿੰਨੇ ਵੀ ਇਹ ਨੌਜਵਾਨ ਸਨ, ਇਹਨਾਂ ਸਾਰਿਆਂ ਨੇ ਰਲ ਕੇ HSRA ਜੁਆਇਨ ਕਰ ਲਈ। ਹਿੰਦੁਸਤਾਨ ਸੋਸ਼ਲਿਸਟਿਕ ਰਿਪਬਲਿਕਨ ਐਸੋਸੀਏਸ਼ਨ, ਜਿਹਨੂੰ ਬਣਾਇਆ ਸੀ ਪੁਰਾਣੇ ਆਗੂਆਂ ਨੇ, ਰਾਮ ਪ੍ਰਸਾਦ ਬਿਸਮਿਲ ਹੋਰਾਂ ਨੇ, ਸ਼ਫਾਕ ਉੱਲਾ ਖਾਨ ਹੋਰਾਂ ਨੇ, ਚੰਦਰ ਸ਼ੇਖਰ ਆਜ਼ਾਦ ਹੋਰਾਂ ਨੇ। ਇਹ ਪਹਿਲਾਂ ਹੁੰਦੀ ਸੀ ਜੀ HRA, ਸੋਸ਼ਲਿਸਟਿਕ ਵਰਡ ਸਰਦਾਰ ਭਗਤ ਸਿੰਘ ਹੋਰਾਂ ਨੇ ਵਿੱਚ ਜੋੜਿਆ ਇਹਦੇ। ਸਰਦਾਰ ਭਗਤ ਸਿੰਘ ਹੋਰਾਂ ਦੀ ਸੋਚ ਸੀ ਵੀ ਜੇ ਦੇਸ਼ ਨੂੰ ਇਸ ਤਰ੍ਹਾਂ ਆਜ਼ਾਦ ਕੀਤਾ ਜਾਵੇ ਵੀ ਗੋਰੇ ਸਾਹਿਬ ਜਾਣ ਤੇ ਭੋਰੇ ਸਾਹਿਬ, ਕਹਿਣ ਦਾ ਮਤਲਬ ਜਿਹੜੇ ਥੋੜ੍ਹੇ ਜਿਹੇ ਅਮੀਰ ਦਬਕਾ ਹੈ, ਜਿਹੜੇ ਥੋੜ੍ਹੇ ਜਿਹੇ ਰੀਸ ਲੋਕ ਨੇ, ਜਿਹੜੇ ਪੈਸੇ ਵਾਲੇ ਤਾਕਤਵਰ ਲੋਕ ਨੇ, ਜਿਹੜੇ ਸਿਆਸੀ ਲੋਕ ਨੇ, ਨਹਿਰੂ ਵਰਗੇ, ਗਾਂਧੀ ਵਰਗੇ, ਉਹ ਕੁਰਸੀਆਂ 'ਤੇ ਆ ਕੇ ਬਹਿ ਜਾਣ। ਫਿਰ ਆਜ਼ਾਦੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਆਇਆ। ਸਰਦਾਰ ਭਗਤ ਸਿੰਘ ਹੋਰੀ ਕਹਿੰਦੇ ਸੀ ਆਜ਼ਾਦੀ ਉਹ ਹੁੰਦੀ ਏ ਜਿੱਥੇ ਸਾਰਿਆਂ ਨੂੰ ਹੱਕ ਮਿਲਣ, ਜਿੱਥੇ ਸਾਰਿਆਂ ਨੂੰ ਜਿਉਣ ਦਾ ਹੱਕ ਹੋਵੇ, ਸਾਰਿਆਂ ਦੇ ਭਾਈਚਾਰਾ ਹੋਵੇ, ਫਰੈਂਡਸ਼ਿਪ ਹੋਵੇ, ਕੋਰਪੋਰੇਸ਼ਨ ਹੋਵੇ, ਸੋਸ਼ਲ ਵੈਲਬੀਂਗ ਹੋਵੇ। ਸਰਦਾਰ ਭਗਤ ਸਿੰਘ ਹੋਰੀ ਆਜ਼ਾਦੀ ਇਹਨੂੰ ਮੰਨਦੇ ਸੀ। ਕਹਿੰਦੇ ਬਹੁਤ ਪ੍ਰਚਾਰ ਕੀਤਾ ਇਹਨਾਂ ਨੇ ਅੰਦੋਲਨ ਦਾ। ਇੱਕ ਵਾਰ ਕਹਿੰਦੇ ਸਾਈਮਨ ਕਮਿਸ਼ਨ ਲਾਹੌਰ ਆਇਆ ਤੇ ਸਰਦਾਰ ਭਗਤ ਸਿੰਘ ਹੋਰਾਂ ਨੇ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ। ਉਹਦੇ ਵਿੱਚ ਲਾਲਾ ਲਾਜਪਤ ਰਾਏ ਦੇ ਸਿਰ ਤੇ ਡਾਂਗਾਂ ਵੱਜੀਆਂ, ਖੂਨ ਨਿਕਲਿਆ, ਸਿਰ ਜਿਵੇਂ ਕਹਿੰਦੇ ਨੇ ਸਿਰ 'ਚ ਸੱਟਾਂ ਲੱਗੀਆਂ ਤੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਕੁਝ ਇਤਿਹਾਸਕਾਰ ਲਿਖਦੇ ਨੇ ਵੀ ਡਾਂਗਾ ਖਾਣ ਨਾਲ ਮੌਤ ਹੋਈ ਹੈ, ਤੇ ਮਾਫ ਕਰਿਓ ਕੁਝ ਲਿਖਦੇ ਨੇ ਕਿ ਹਾਰਟ ਅਟੈਕ ਨਾਲ ਮੌਤ ਹੋਈ ਹੈ। ਵੀ ਸਿਰ ਤੇ ਡਾਂਗਾ ਤੇ ਵੱਜਿਆ ਸੀ, ਵੀ ਡਾਂਗਾ ਵੱਜਣ ਨਾਲ ਉਹਨਾਂ ਨਾਲ ਮੌਤ ਨਹੀਂ ਹੋਈ, ਹਾਰਟ ਅਟੈਕ ਆਉਣ ਨਾਲ ਮੌਤ ਹੋਈ ਹੈ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਨੇ। ਸਰਦਾਰ ਭਗਤ ਸਿੰਘ ਹੋਰਾਂ ਨੇ ਇਹਦਾ ਬਦਲਾ ਲੈਣ ਦੀ ਸੋਚੀ। ਸਕਾਟ ਨਾਮ ਦਾ ਅਫਸਰ ਸੀ ਜਿਹਦੀ ਸ਼ਹਿ ਦੇ ਉੱਤੇ, ਜਿਹਦੇ ਹੁਕਮ ਦੇ ਉੱਤੇ ਉਹ ਡਾਂਗਾਂ ਚਲਾਈਆਂ ਗਈਆਂ ਭੀੜ ਦੇ ਉੱਤੇ, ਲੋਕਾਂ ਦੇ ਉੱਤੇ, ਆਮ ਜਨਤਾ ਦੇ ਉੱਤੇ, ਜਿਹੜੇ ਕਿ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਸਨ। ਸਕਾਟ ਨੂੰ ਮਾਰਨ ਦਾ ਸੋਚਿਆ ਸਰਦਾਰ ਭਗਤ ਸਿੰਘ ਹੋਰਾਂ ਨੇ। ਇਹਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਰਾਜਗੁਰੂ ਨੇ, ਜਿਨ੍ਹਾਂ ਨੂੰ 23 ਮਾਰਚ 1931 ਨੂੰ ਸਰਦਾਰ ਭਗਤ ਸਿੰਘ ਤੇ ਸੁਖਦੇਵ ਦੇ ਨਾਲ ਫਾਂਸੀ ਹੋ ਗਈ ਸੀ। ਇਹ ਜਿਹੜਾ ਪਲਾਨ ਸੀ, ਇਹ ਪਲਾਨ ਬਣਾਇਆ ਸੁਖਦੇਵ ਨੇ, ਜਿਨ੍ਹਾਂ ਨੂੰ ਮੈਂ ਹੁਣ ਦੱਸ ਕੇ ਹਟਿਆ ਵੀ 23 ਮਾਰਚ ਨੂੰ 3 ਨੂੰ ਫਾਂਸੀ ਹੋਈ ਸੀ। ਸਰਦਾਰ ਭਗਤ ਸਿੰਘ, ਸੁਖਦੇਵ ਥਾਪਰ ਤੇ ਸ਼ਿਵਰਾਮ ਹਰੀ ਰਾਜਗੁਰੂ। ਗੋਲੀਆਂ ਚਲਾਈਆਂ ਸਰਦਾਰ ਭਗਤ ਸਿੰਘ ਤੇ ਰਾਜਗੁਰੂ ਨੇ। ਇਹ ਪਲਾਨ ਜੋ ਬਣਾਇਆ ਕੌਨਸਪੀਰੇਸੀ ਦਾ, ਇਹ ਸੁਖਦੇਵ ਨੇ ਬਣਾਇਆ ਸੀ। ਕਹਿੰਦੇ ਨੇ ਮਾਰਨ ਗਏ ਸਕਾਟ ਨੂੰ। ਸਕਾਟ ਆਇਆ ਨਹੀਂ, ਜਿਹੜਾ ਨਾਲ ਦਾ ਇੱਕ ਬੰਦਾ ਸੀ ਜਿਹਨੇ ਇਸ਼ਾਰਾ ਕਰਨਾ ਸੀ ਅਫਸਰ ਨੂੰ ਵੇਖ ਕੇ, ਉਹਦਾ ਨਾਂ ਸੀ ਜੈ ਗੋਪਾਲ, ਤੇ ਇਹਨੇ ਬਾਅਦ ਚੋਂ ਧੋਖਾ ਦਿੱਤਾ ਸੀ। ਹੀ ਵਾਜ਼ ਅ ਬੀਟਰੇਟਰ। ਉਹਨੇ ਧੋਖਾ ਦਿੱਤਾ। ਉਹ ਆਪਾਂ ਗੱਲ ਅੱਗੇ ਕਰਦੇ ਹਾਂ, ਲੇਕਿਨ ਇਸ਼ਾਰਾ ਹੋ ਗਿਆ ਗਲਤ। ਇਸ਼ਾਰਾ ਸਕਾਟ ਵਾਸਤੇ ਕਰਨਾ ਸੀ JP ਸਾਉਂਡਰਸ ਨਾਮ ਦਾ ਇੱਕ ਅਫਸਰ, ਜਿਹੜਾ ਕਿ ਉਸ ਸਮੇਂ ASP ਸੀ। DSP ਤੋਂ ਇੱਕ ਹੁੰਦਾ SP, ਫਿਰ DSP, ਫਿਰ ASP। ਉਹ ASP ਸੀ, ਅਸਿਸਟੈਂਟ ਸੁਪਰਡੈਂਟ ਆਫ ਪੁਲਿਸ। ਇਸ਼ਾਰਾ ਉਹਦੇ ਵਾਸਤੇ ਕਰਤਾ। ਉਹ ਆਪਣੀ ਮੋਟਰਸਾਈਕਲ ਦੇ ਅੱਗੇ ਵਧਿਆ। ਇੱਧਰੋਂ ਰਾਜਗੁਰੂ ਨੇ ਤੇ ਸਰਦਾਰ ਭਗਤ ਸਿੰਘ ਹੋਰਾਂ ਨੇ ਗੋਲੀਆਂ ਮਾਰਤੀਆਂ ਉਹਨੂੰ। ਇਸ ਤੋਂ ਬਾਅਦ ਉਹ ਫਰਾਰ ਹੋ ਗਏ। ਤੇ ਜਿਹੜਾ ਅੱਜ ਕੱਲ੍ਹ ਰੌਲਾ ਪੈ ਰਿਹਾ ਕਿ ਸਰਦਾਰ ਭਗਤ ਸਿੰਘ ਹੋਰਾਂ ਨੇ ਇੱਕ ਚੰਨਨ ਸਿੰਘ ਨਾਮ ਦੇ ਅੰਮ੍ਰਿਤਧਾਰੀ ਸਿੱਖ ਪੁਲਿਸ ਅਫਸਰ ਦੇ ਗੋਲੀ ਮਾਰੀ ਸੀ, ਉਹਦੀ ਮੌਤ ਹੋਈ ਸੀ। ਮਾਫ ਕਰਿਓ, ਪਹਿਲੀ ਗੱਲ ਤੇ ਮੌਤ ਨਹੀਂ ਹੋਈ, ਤੇ ਉਸ ਤੋਂ ਵੀ ਪਹਿਲੀ ਗੱਲ ਵੀ ਗੋਲੀ ਸਰਦਾਰ ਭਗਤ ਸਿੰਘ ਨੇ ਨਹੀਂ ਮਾਰੀ, ਗੋਲੀ ਮਾਰੀ ਸੀ ਚੰਦਰ ਸ਼ੇਖਰ ਆਜ਼ਾਦ ਨੇ, ਤੇ ਉਹ ਵੀ ਮਾਰੀ ਸੀ ਮੋਢੇ ਦੇ ਵਿੱਚ। ਕੋਈ ਇਤਿਹਾਸਕਾਰ ਮੋਢੇ 'ਚ ਲਿਖਦੇ ਨੇ, ਕੋਈ ਲਿਖਦੇ ਨੇ ਵੀ ਪੱਟ ਦੇ ਵਿੱਚ ਗੋਲੀ ਮਾਰੀ ਸੀ, ਮੌਤ ਨਹੀਂ ਸੀ ਹੋਈ ਉਹਨਾਂ ਦੀ। ਇਹ ਝੂਠਾ ਪ੍ਰਚਲਿਤ ਕੀਤਾ ਜਾ ਰਿਹਾ ਸਰਦਾਰ ਭਗਤ ਸਿੰਘ ਹੋਰਾਂ ਦੇ ਖਿਲਾਫ, ਉਹਨਾਂ ਦੀ ਸ਼ਾਨ ਦੇ ਖਿਲਾਫ, ਵੀ ਸਰਦਾਰ ਭਗਤ ਸਿੰਘ ਨੇ ਗੋਲੀ ਮਾਰੀ ਅੰਮ੍ਰਿਤਧਾਰੀ ਪੁਲਿਸ ਆਫਿਸਰ ਦੇ, ਚੰਨਨ ਸਿੰਘ ਦੇ, ਤੇ ਉਹਨਾਂ ਦੀ ਮੌਤ ਹੋ ਗਈ। ਪਹਿਲੀ ਗੱਲ ਤੇ ਗੋਲੀ ਚੰਦਰ ਸ਼ੇਖਰ ਆਜ਼ਾਦ ਨੇ ਮਾਰੀ, ਤੇ ਕੁਝ ਇਤਿਹਾਸਕਾਰ ਲਿਖਦੇ ਨੇ, ਮੈਂ ਫਿਰ ਗੱਲ ਦੱਸ ਦਿੰਦਾ, ਕਿ ਕੋਈ ਕਹਿੰਦਾ ਗੋਲੀ ਮੋਢੇ ਤੇ ਲੱਗੀ, ਕੋਈ ਕਹਿੰਦਾ ਗੋਲੀ ਪੱਟ 'ਚ ਵੱਜੀ, ਜਾਨ ਨਹੀਂ ਸੀ ਗਈ ਉਹਨਾਂ ਦੀ। ਤੇ ਫਿਰ
ਕਹਿੰਦੇ ਲਾਹੌਰ ਤੋਂ ਨਿਕਲਣਾ ਸਰਦਾਰ ਭਗਤ ਸਿੰਘ ਹੋਰਾਂ ਵਾਸਤੇ ਮੁਸ਼ਕਿਲ ਹੋ ਗਿਆ। ਸਾਰੇ ਨੇ ਇੱਕ ਸਲਾਹ ਦਿੱਤੀ, ਕਹਿੰਦੇ ਜੇ ਭਗਤ ਸਿੰਘ ਨੂੰ ਕੱਢਣਾ ਹੈ ਤਾਂ ਭੇਸ ਬਦਲਣਾ ਪਏਗਾ। ਹੁਣ ਸਰਦਾਰ ਭਗਤ ਸਿੰਘ ਹੋਰੀ ਕੇਸਾਧਾਰੀ ਸਨ, ਕੇਸ ਸਨ ਉਹਨਾਂ ਦੇ, ਵਾਲ ਰੱਖੇ ਸਨ, ਦਸਤਾਰ ਬੰਨ੍ਹਦੇ ਸਨ, ਪੱਗ ਬੰਨ੍ਹਦੇ ਸਨ, ਵੀ ਭੇਸ ਕਿਵੇਂ ਬਦਲਿਆ ਜਾਵੇ। ਹੁਣ ਕਹਿੰਦੇ ਜੇ ਭੇਸ ਬਦਲਣਾ ਤੇ ਸਰਦਾਰ ਭਗਤ ਸਿੰਘ ਨੇ ਕੀ ਕੀਤਾ, ਮਾਫ ਕਰਿਓ, ਕੁਝ ਸਰਕਮਸਟੈਂਸਿਸ, ਕੁਝ ਸਿਚੁਏਸ਼ਨ ਇਹੋ ਜਿਹੀ ਆ ਜਾਂਦੀ ਹੈ ਕਿ ਸਾਨੂੰ ਦੂਰਾ ਸੋਚਣਾ ਪੈਂਦਾ, ਸਾਨੂੰ ਇੱਕ ਸ਼ਾਰਪ ਵਿਜ਼ਨ ਰੱਖਣੀ ਪੈਂਦੀ ਹੈ ਕਿ ਜੇ ਅਸੀਂ ਅੱਗੇ ਵਧਣਾ। ਵੈਸੇ ਇਹ ਗੱਲ ਨੂੰ ਮੈਂ ਥੋੜ੍ਹਾ ਚੰਗਾ ਤਾਂ ਨਹੀਂ ਸਮਝਦਾ, ਲੇਕਿਨ ਸਰਦਾਰ ਭਗਤ ਸਿੰਘ ਹੋਰਾਂ ਨੇ ਆਪਣੇ ਕੇਸ ਕਤਲ ਕਰਵਾ ਦਿੱਤੇ ਕਿਉਂਕਿ ਮਜਬੂਰੀ ਬਣ ਗਈ। ਉੱਥੋਂ ਨਿਕਲਣਾ ਇੱਕ ਮਜਬੂਰੀ ਬਣ ਗਈ, ਉੱਥੋਂ ਬਚ ਕੇ ਨਿਕਲਣਾ, ਉੱਥੋਂ ਜਿੰਦਾ ਨਿਕਲਣਾ, ਫੜੇ ਨਾ ਜਾਣਾ, ਕਿਉਂਕਿ ਜੇ ਫੜੇ ਜਾਂਦੇ ਜੋ ਅੱਗੇ ਰੈਵੋਲੂਸ਼ਨ ਹੋਣੀ ਸੀ ਉਹਨਾਂ ਦੀ, ਜੋ ਉਹਨਾਂ ਨੇ ਅੱਗੇ ਕੰਮ ਕਰਨੇ ਸੀ, ਸ਼ਾਇਦ ਉਹ ਨਾ ਹੋ ਪਾਉਂਦੇ। ਸਰਦਾਰ ਭਗਤ ਸਿੰਘ ਹੋਰੀ ਇੱਕ ਅੰਗਰੇਜ਼ ਅਫਸਰ ਦਾ, ਇੱਕ ਅੰਗਰੇਜ਼ ਜੈਂਟਲਮੈਨ ਦਾ ਭੇਸ ਬਦਲ ਕੇ, ਉੱਤੇ ਟੋਪੀ ਪਾ ਕੇ, ਜਿਹੜੀ ਅੰਗਰੇਜ਼ ਹੈਟ ਕਹਿੰਦੇ ਨੇ ਜਿਹਨੂੰ ਇੰਗਲਿਸ਼ ਦੇ ਵਿੱਚ, ਪੂਰਾ ਲੌਂਗ ਕੋਟ ਪਾ ਕੇ, ਫਾਰਮਲ ਕੱਪੜੇ ਪਾ ਕੇ ਟ੍ਰੇਨ 'ਤੇ ਬਹਿ ਕੇ, ਨਾਲ ਰਾਜਗੁਰੂ ਤੇ ਨਾਲ ਚੰਦਰ ਸ਼ੇਖਰ ਆਜ਼ਾਦ। ਰਾਜਗੁਰੂ ਬਣ ਗਿਆ ਅਰਦਲੀ ਸਮਾਨ ਚੁੱਕਣ ਵਾਲਾ, ਤੇ ਚੰਦਰ ਸ਼ੇਖਰ ਆਜ਼ਾਦ ਹੋਰਾਂ ਨੇ ਭੇਸ ਬਦਲਿਆ ਇੱਕ ਸਾਧੂ ਦਾ, ਸਿੱਧ ਪੁਰਸ਼ ਦਾ, ਕਿਸੇ ਸਾਧੂ ਸੰਤ ਦਾ ਭੇਸ ਬਦਲ ਲਿਆ ਉਹਨਾਂ ਨੇ, ਬ੍ਰਾਹਮਣ ਦਾ। ਤੇ ਤਿੰਨੇ ਜਣੇ ਕਹਿੰਦੇ ਟ੍ਰੇਨ 'ਤੇ ਬਹਿ ਕੇ ਲਾਹੌਰ ਤੋਂ ਬਾਹਰ ਚਲੇ ਗਏ। ਸਮਾਂ ਲੰਘਦਾ ਗਿਆ, ਪ੍ਰਚਾਰ ਕਰਦੇ ਰਹੇ, ਕਲਕੱਤੇ ਗਏ, ਯੂਪੀ ਗਏ, ਲਖਨਊ ਗਏ, ਬਹੁਤ ਜਗ੍ਹਾ ਪ੍ਰਚਾਰ ਕੀਤਾ, ਆਗਰੇ ਗਏ। ਪਾਰਲੀਮੈਂਟ ਦੇ ਵਿੱਚ ਉਹਨਾਂ ਦਿਨੀ ਇੱਕ ਬਜਟ ਪਾਸ ਹੋਣਾ ਸੀ, ਇੱਕ ਬਿੱਲ ਪਾਸ ਹੋਣਾ ਸੀ ਜਿਹਦਾ ਨਾਮ ਹੈ ਪਬਲਿਕ ਸੇਫਟੀ ਬਿੱਲ। ਜਿਵੇਂ ਕਿ ਆਪਣੇ ਨਾਲ ਹੋਇਆ ਸੀ ਨਾ, ਆਪਾਂ 1.5 ਸਾਲ ਆਪਾਂ ਦਿੱਲੀ ਦੇ ਬਾਰਡਰਾਂ 'ਤੇ ਟਿਕਰੀ ਤੇ ਸਿੰਘੂ 'ਤੇ ਆਪਾਂ ਬਹਿ ਕੇ ਆਏ ਹਾਂ, ਸੰਘਰਸ਼ ਕਰਕੇ ਆਏ ਹਾਂ ਆਪਣੀਆਂ ਫਸਲਾਂ ਵਾਸਤੇ, ਆਪਣੀ ਜ਼ਮੀਨਾਂ ਵਾਸਤੇ, ਆਪਣੀ ਮਿੱਟੀ ਵਾਸਤੇ, ਆਪਣੀ ਆਉਣ ਵਾਲੀ ਹੋਂਦ ਵਾਸਤੇ। ਪਬਲਿਕ ਸੇਫਟੀ ਬਿੱਲ, ਮਾਫ ਕਰਿਓ, ਜੇ ਉਹ ਪਾਸ ਹੋ ਜਾਂਦਾ, ਉਹਦਾ ਮਕਸਦ ਸੀ ਜੇ ਉਹ ਬਿੱਲ ਪਾਸ ਹੋ ਜਾਂਦਾ ਤੇ ਮਜ਼ਦੂਰਾਂ ਤੋਂ, ਫੈਕਟਰੀ ਦੇ ਵਰਕਰਾਂ ਤੋਂ, ਕਾਮਿਆਂ ਤੋਂ, ਕਿਸਾਨਾਂ ਤੋਂ ਉਹਨਾਂ ਦੇ ਬੁਨਿਆਦੀ ਹੱਕ ਖੋਹ ਲੈਣੇ, ਪ੍ਰਦਰਸ਼ਨ ਕਰਨ ਦੇ ਹੱਕ ਖੋਣੇ, ਧਰਨੇ ਲਾਉਣ ਦੇ ਹੱਕ ਖੋਣੇ। ਜਿਵੇਂ ਆਪਣੇ ਇਹਨਾਂ ਨੇ ਬਿੱਲਾਂ ਦੇ ਵਿੱਚ ਲਿਖਿਆ ਸੀ ਵੀ SDM ਕੋਲ ਜਾ ਸਕਦੇ ਨੇ, DC ਕੋਲ ਨਹੀਂ ਜਾ ਸਕਦੇ ਕੰਪਲੇਂਟ ਕਰਨ ਵਾਸਤੇ। ਉੱਥੇ ਵੀ ਸੇਮ ਲਿਖਿਆ ਗਿਆ ਸੀ, ਕਹਿੰਦੇ ਜੋ ਲੋਕਲ ਲੈਵਲ 'ਤੇ ਜੋ ਬੋਡੀ ਹੈ, ਗਵਰਨਿੰਗ ਬੋਡੀ, ਜਿਵੇਂ ਤਹਿਸੀਲਦਾਰ ਹੋ ਗਿਆ, ਕੋਈ ASP ਹੋ ਗਿਆ, ਜੋ ਛੋਟੇ ਜਿਵੇਂ ਤਹਿਸੀਲ ਲੈਵਲ 'ਤੇ, ਇੱਕ ਛੋਟੇ ਕਸਬੇ ਦੇ ਲੈਵਲ 'ਤੇ ਜੋ ਗਵਰਨਿੰਗ ਬੋਡੀ ਹੈ, ਉਹਦੇ ਕੋਲ ਜਾ ਸਕਦੇ ਨੇ। ਵੱਡੇ ਲੈਵਲ 'ਤੇ ਕੋਰਟ 'ਚ ਜਾਂ ਕਿਸੇ ਵੱਡੇ ਮੰਤਰੀ ਸੰਤਰੀ ਕੋਲ ਨਹੀਂ ਜਾ ਸਕਦੇ। ਇਸ ਬਿੱਲ ਦੇ ਖਿਲਾਫ ਸਰਦਾਰ ਭਗਤ ਸਿੰਘ ਹੋਰਾਂ ਨੇ ਕਹਿੰਦੇ ਬੰਬ ਸੁੱਟਣਾ ਪਏਗਾ ਪਾਰਲੀਮੈਂਟ ਦੇ ਵਿੱਚ ਜੇ ਇਸ ਬਿੱਲ ਨੂੰ ਰੋਕਣਾ ਹੈ, ਤੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਸੁੱਤੇ ਪਏ ਨੇ। ਹੁਣ ਮੋਦੀ ਨੂੰ ਵੀ ਆਹੀ ਲੱਗਿਆ ਸੀ ਨਾ, ਮਾਫ ਕਰਿਓ, ਉਹਨੂੰ ਲੱਗਿਆ ਵੀ ਆਪਾਂ ਸੁੱਤੇ ਹਾਂ, ਅਸੀਂ ਤੇ ਚੋਰੀ ਲੁਕੇ ਬਿੱਲ ਪਾਸ ਕਰ ਦਾਂਗੇ, ਇਹਨਾਂ ਨੂੰ ਕਿਹੜਾ ਪਤਾ ਲੱਗਣਾ। ਪਰ ਧੰਨ ਭਾਗ ਸਾਡੇ ਸਤਿਗੁਰੂ, ਸਾਡੇ ਅੰਗ ਸੰਗ, ਸਾਡੀ ਕੌਮ ਦਾ ਜਜ਼ਬਾ ਵੇਖੋ। ਜਿਨ੍ਹਾਂ ਨੂੰ ਮੋਦੀ ਨਸ਼ੇੜੀ ਦੱਸਦਾ ਸੀ, ਜਿਨ੍ਹਾਂ ਨੂੰ ਮੋਦੀ ਕਹਿੰਦਾ ਸੀ, ਤੇ ਅੱਧੇ ਕੁ ਕਹਿੰਦੇ ਬਾਹਰ ਚਲੇ ਗਏ, ਅੱਧੇ ਕੁ ਕਹਿੰਦੇ ਜਿਹੜੇ ਬੱਚੇ ਖੋਜੇ ਉਹ ਨਸ਼ੇੜੀ ਬਣ ਗਏ। ਤੇ ਮਾਫ ਕਰਿਓ, ਜਿਹੜੇ ਬਾਰਡਰਾਂ 'ਤੇ ਬੈਠੇ ਰਹੇ, ਮੈਨੂੰ ਤਾਂ ਇੱਕ ਵੀ ਨਸ਼ੇੜੀ ਨਹੀਂ ਦੱਸਿਆ। ਮੈਂ ਤਾਂ ਕਿੰਨੀ ਵਾਰ ਗਿਆ, ਇੱਕ ਵੀ ਨਸ਼ੇੜੀ ਨਹੀਂ ਦੱਸਿਆ ਮੈਨੂੰ। ਤੇ ਸਾਰੇ ਕੋਈ ਪਾਠ ਕਰਦਾ ਪਿਆ, ਕੋਈ ਮਾਲਾ ਫੇਰਦਾ ਪਿਆ, ਕੋਈ ਲੰਗਰ ਛਕਾਉਂਦਾ ਪਿਆ, ਕੋਈ ਮਦਦ ਕਰਦਾ ਪਿਆ, ਕੋਈ ਕਿਸ ਤਰ੍ਹਾਂ ਕਰਦਾ ਪਿਆ, ਕੋਈ ਕਿਸ ਤਰ੍ਹਾਂ ਕਰਦਾ ਪਿਆ। ਮੈਨੂੰ ਤਾਂ ਇੱਕ ਵੀ ਨਸ਼ੇੜੀ ਨਹੀਂ ਦੱਸਿਆ ਉੱਥੇ। ਇਹ ਪ੍ਰਚਲਿਤ ਹੋ ਗਿਆ ਨਾ। ਇਸੇ ਤਰ੍ਹਾਂ ਉਹਨਾਂ ਸਰਕਾਰਾਂ ਨੂੰ ਲੱਗਾ ਵੀ ਇਹ ਲੋਕ ਸੁੱਤੇ ਪਏ ਨੇ, ਤੇ ਸਰਦਾਰ ਭਗਤ ਸਿੰਘ ਨੇ ਸੋਚਿਆ ਵੀ ਜੇ ਬਹਿਰਿਆਂ ਨੂੰ ਸੁਣਾਉਣਾ ਤੇ ਧਮਾਕਾ ਉੱਚਾ ਚਾਹੀਦਾ ਹੈ। ਜਤਿਨ ਦਾਸ ਪ੍ਰੋਫੈਸਰ ਸੀ ਵੈਸਟ ਬੰਗਾਲ ਦੇ ਵਿੱਚ, ਬੰਗਾਲ ਅੱਜ ਤੇ ਵੈਸਟ ਬੰਗਾਲ ਹੈ ਨਾ, ਉਦੋਂ ਇਕੱਲਾ ਬੰਗਾਲ ਹੁੰਦਾ ਸੀ, ਕਲਕੱਤੇ ਦੇ ਵਿੱਚ। ਜਤਿਨ ਦਾਸ ਨੂੰ ਆਪਣੇ ਨਾਲ ਲਾਇਆ, ਪਹਿਲਾਂ ਤੇ ਉਹ ਮੰਨਿਆ ਨੂੰ, ਫੇਰ ਉਹ ਮੰਨ ਗਿਆ। ਜਦੋਂ ਮੰਨਿਆ ਤੇ ਆਪਣੇ ਨਾਲ ਲਾ ਲਿਆ। ਉਹ ਹੈ ਸੀ ਕੈਮਿਸਟਰੀ ਦਾ ਪ੍ਰੋਫੈਸਰ, ਉਹਦੇ ਤੋਂ ਬੰਬ ਬਣਾਉਣਾ ਸਿੱਖਿਆ, ਤੇ ਬੰਬ ਬਣਾ ਕੇ ਜਦੋਂ ਪੂਰੀ ਤਰ੍ਹਾਂ ਸਿੱਖ ਲਿਆ, ਚਲਾਉਣਾ ਕਿਵੇਂ, ਬਣਾਉਣਾ ਕਿਵੇਂ, ਹਰ ਚੀਜ਼ ਪਤਾ ਕਰ ਲਈ। ਤੇ ਕਹਿੰਦੇ ਇੱਕ ਦਿਨ ਮੀਟਿੰਗ ਬੁਲਾਈ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਹ ਬੰਬ ਸੁੱਟਣ ਕੌਣ ਜਾਏਗਾ। ਸਰਦਾਰ ਭਗਤ ਸਿੰਘ ਕਹਿੰਦੇ ਮੈਂ ਜਾਵਾਂਗਾ। ਚੰਦਰ ਸ਼ੇਖਰ ਆਜ਼ਾਦ ਨੇ ਕਿਹਾ
ਤੈਨੂੰ ਨਹੀਂ ਕਰਨਾ, ਹੋਰ ਜਿਹੜਾ ਬੰਦਾ ਮਰਜ਼ੀ ਚਲੇ ਜਾਏ। ਲੇਕਿਨ ਜਜ਼ਬਾ ਵੇਖੋ, ਜਿੱਦ ਕੀਤੀ ਸਰਦਾਰ ਭਗਤ ਸਿੰਘ ਹੋਰਾਂ ਨੇ, ਕਹਿੰਦੇ ਜੇ ਜਾਵਾਂਗਾ ਤੇ ਮੈਂ ਜਾਵਾਂਗਾ, ਨਹੀਂ ਤੇ ਕੋਈ ਵੀ ਨਹੀਂ ਜਾਏਗਾ। ਚੰਦਰ ਸ਼ੇਖਰ ਆਜ਼ਾਦ ਨੇ ਫਿਰ ਭਗਤ ਸਿੰਘ ਨੂੰ, ਤੇ ਭਗਤ ਸਿੰਘ ਨੇ ਨਾਲ ਖੜਿਆ ਆਪਣੇ ਬਟੂਕੇਸ਼ਵਰ ਦੱਤ ਨੂੰ, ਉਹ ਵੀ ਬੰਗਾਲ ਦਾ ਸੀ। ਇਹ ਦੋਵੇਂ ਜਾਣੇ ਪਾਰਲੀਮੈਂਟ ਦੇ ਵਿੱਚ ਜੋ ਸਿਟਿੰਗ ਲਾਇਬ੍ਰੇਰੀ ਬਣੀ ਸੀ, ਜਾਂ ਕਹਿ ਲਓ ਜੋ ਸਿਟਿੰਗ ਏਰੀਆ ਬਣੇ ਸੀ, ਜਿਹੜਾ ਪਬਲਿਕ ਸਿਟਿੰਗ ਏਰੀਆ ਸੀ ਜਿਹੜਾ, ਉੱਥੇ ਬਹਿ ਕੇ ਜਦੋਂ ਇਹ ਬਿੱਲ ਪਾਸ ਹੋਣ ਲੱਗਾ, ਜੋ ਖਾਲੀ ਬੈਂਚ ਪਏ ਸਨ ਉਹਨਾਂ ਬੈਂਚਾਂ ਦੇ ਉੱਤੇ, ਖਾਲੀ ਜਗ੍ਹਾ ਦੇ ਉੱਤੇ ਬੰਬ ਸੁੱਟਿਆ ਗਿਆ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਜੇ ਬੰਬ ਸੁੱਟਣਾ ਚਾਹੁੰਦੇ, ਜਾਰਜ ਸੂਸਟਾ ਜਿਹੜਾ ਕਿ ਉਦੋਂ ਚੇਅਰਪਰਸਨ ਸੀ ਉਸ ਹਾਊਸ ਦਾ, ਉਸ ਪਾਰਲੀਮੈਂਟ ਦਾ, ਜੇ ਬੰਬ ਸੁੱਟਣਾ, ਜੇ ਮਾਰਨਾ ਹੀ ਚਾਹੁੰਦੇ, ਉਹ ਜਾਰਜ ਸੂਸਟਾ ਨੂੰ ਮਾਰ ਦਿੰਦੇ। ਕੋਈ ਵੀ ਕਿਸੇ ਵੀ ਤਰ੍ਹਾਂ ਦੇ ਸ਼ਾਰਪਨਰ ਦਾ, ਕਿਸੇ ਵੀ ਤਰ੍ਹਾਂ ਦੇ ਭੈੜੇ ਕੈਮੀਕਲ ਦਾ ਉਸ ਬੰਬ ਬਣਾਉਣ ਦੇ ਵਿੱਚ, ਜਿਹੜਾ ਬੰਬ ਉਹਦੇ ਪਾਰਲੀਮੈਂਟ ਦੇ ਵਿੱਚ ਸੁੱਟਣਾ ਸੀ, ਉਹਦੇ ਵਿੱਚ ਪ੍ਰਯੋਗ ਨਹੀਂ ਕੀਤਾ ਗਿਆ। ਤੇ ਖਾਲੀ ਏਰੀਆ ਦੇ ਵਿੱਚ, ਖਾਲੀ ਬੈਂਚਾਂ ਦੇ ਉੱਤੇ ਬੰਬ ਸੁੱਟਿਆ ਗਿਆ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ। ਤੇ ਫਿਰ ਪਰਚੇ ਸੁੱਟੇ ਗਏ, ਅ ਲੌਂਗ ਵਾਇਸ ਇਜ਼ ਟੂ ਬੀ ਨੀਡਡ ਟੂ ਮੇਕ ਦੀ ਡੈਫ ਹੀਅਰ। ਕਹਿੰਦੇ ਬਹਿਰਿਆਂ ਨੂੰ ਸੁਣਾਉਣ ਵਾਸਤੇ ਉੱਚੀ ਆਵਾਜ਼ ਦੀ, ਉੱਚੇ ਧਮਾਕੇ ਦੀ ਲੋੜ ਹੁੰਦੀ ਹੈ। ਫਿਰ ਉਹਨਾਂ ਨੇ ਨਾਰੇ ਲਾਏ, ਲੌਂਗ ਲਿਵ ਦੀ ਰੈਵੋਲੂਸ਼ਨ, ਡਾਊਨ ਵਿਦ ਦੀ ਇੰਪੀਰੀਅਲਿਜ਼ਮ। ਸਾਮਰਾਜਯਵਾਦ, ਅੰਗਰੇਜ਼ਾਂ ਦਾ ਰਾਜ ਮੁਰਦਾਬਾਦ, ਤੇ ਕ੍ਰਾਂਤੀਕਾਰੀ ਜੋ ਉਹਨਾਂ ਦੀ ਰੈਵੋਲੂਸ਼ਨ ਸੀ, ਜੋ ਇਨਕਲਾਬ ਸੀ, ਉਹ ਜ਼ਿੰਦਾਬਾਦ। ਉਹਨਾਂ ਨੇ ਨਾਰੇ ਲਾਏ। ਫਿਰ ਕਹਿੰਦੇ ਨੇ ਕੋਰਟ 'ਚ ਪੇਸ਼ੀਆਂ ਹੁੰਦੀਆਂ ਰਹੀਆਂ। ਪੁਲਿਸ ਨੇ ਹੌਲੀ ਹੌਲੀ ਕਰਕੇ ਸੁਖਦੇਵ ਥਾਪਰ ਹੋਰਾਂ ਨੂੰ, ਜਿਨ੍ਹਾਂ ਨੇ ਪਲਾਨ ਬਣਾਇਆ ਸੀ ਉਹਨੂੰ, ਸਕਾਟ ਨੂੰ ਮਾਰਨ ਦਾ, ਉਹਨੂੰ ਵੀ ਫੜ ਲਿਆ, ਉਹਦੇ ਨਾਲ ਦਿਆਂ ਨੂੰ ਵੀ ਫੜ ਲਿਆ, ਤੇ ਦੋਵਾਂ ਨੂੰ, ਸਾਰਿਆਂ ਨੂੰ ਇਕੱਠੇ ਰਲਾ ਕੇ ਪੂੰਚ ਹਾਊਸ, ਜਿਹੜਾ ਲਾਹੌਰ ਦੀ ਸਪੈਸ਼ਲ ਕੋਰਟ ਹੈ, ਉਹਦੇ ਵਿੱਚ ਪਹਿਲੀ ਪੇਸ਼ੀ ਪਵਾਈ ਨਾ ਸਾਰਿਆਂ ਦੀ ਇਕੱਠੀ ਹੋਈ। ਇਹ ਕਿਸ ਬੁਨਿਆਦ ਤੇ ਭਾਈ? ਹੁਣ ਤੁਸੀਂ ਸੋਚੋਗੇ, ਵੈਸੇ ਦਿਮਾਗ 'ਚ ਤਾਂ ਸਾਰਿਆਂ ਦਾ ਆਉਂਦਾ ਹੀ ਹੈ ਨਾ, ਵੀ ਇਹ ਜੋ ਕੇਸ ਬਣਿਆ, ਜੋ ਬਟੂਕੇਸ਼ਵਰ, ਮੈਂ ਇੱਥੇ ਥੋੜ੍ਹਾ ਜਿਹਾ ਗੱਲ ਕਰਦਾ, ਜੋ ਬਟੂਕੇਸ਼ਵਰ ਦੱਤ ਦਾ ਤੇ ਸਰਦਾਰ ਭਗਤ ਸਿੰਘ ਹੋਰਾਂ ਦਾ ਕੇਸ ਸੀ ਬੰਬ ਸੁੱਟਣ ਦਾ, ਉਸ ਕੇਸ ਦੇ ਵਿੱਚ ਸਰਦਾਰ ਭਗਤ ਸਿੰਘ ਨੂੰ ਤੇ ਬਟੂਕੇਸ਼ਵਰ ਦੱਤ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਇਹ ਫਾਂਸੀ ਦੀ ਸਜ਼ਾ ਕਿਵੇਂ ਹੋਈ? ਫਾਂਸੀ ਦੀ ਸਜ਼ਾ ਹੋਈ ਕਿਉਂਕਿ ਬੰਦਿਆਂ ਨੇ ਧੋਖਾ ਕੀਤਾ। ਜੈ ਗੋਪਾਲ ਸੀ ਇੱਕ ਉਹਨਾਂ ਦੇ ਵਿੱਚੋਂ, ਇੱਕ ਫਨਿੰਦਰ ਨਾਥ ਘੋਸ਼ ਸੀ। ਇਹਨਾਂ ਦੋਨਾਂ ਨੇ ਧੋਖਾ ਕੀਤਾ। ਫਨਿੰਦਰ ਨਾਥ ਘੋਸ਼ ਨੇ ਗਵਾਹੀ ਦਿੱਤੀ ਕਿ ਇਲੀਗਲ ਬੰਬ ਬਣਾਉਣ ਦੀ ਫੈਕਟਰੀ ਸਰਦਾਰ ਭਗਤ ਸਿੰਘ ਹੋਰਾਂ ਨੇ ਜਤਿਨ ਦਾਸ ਤੋਂ ਲਵਾਈ, ਜਦੋਂ ਕਿ ਜਤਿਨ ਦਾਸ ਸਰਦਾਰ ਭਗਤ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਖਲੋਤਾ ਸੀ। ਤੇ ਜਿਹੜਾ ਜੈ ਗੋਪਾਲ ਸੀ, ਉਹਨੇ ਜਦੋਂ ਇੱਕ ਕੇਸ ਫਿਨਿਸ਼ ਹੋਇਆ ਤੇ ਜੈ ਗੋਪਾਲ ਨੇ ਇਹ ਗਵਾਹੀ ਦਿੱਤੀ ਕਿ ਸਕਾਟ ਨੂੰ ਮਾਰਨ ਦਾ ਪਲਾਨ ਉਹ ਸੁਖਦੇਵ ਨੇ ਬਣਾਇਆ ਸੀ। ਮੈਂ ਇਸ਼ਾਰਾ ਕਰਨਾ ਸੀ ਜੱਜ ਹਿਲਟਨ, ਜਿਹੜਾ ਕਿ ਅੰਗਰੇਜ਼ ਉਸ ਸਮੇਂ ਸੁਪਰੀਮ ਕੋਰਟ ਦਾ ਜਸਟਿਸ ਹਿਲਟਨ ਕਹਿੰਦੇ ਨੇ ਜਿਹਨੂੰ, ਉਹਦਾ ਨਾਮ ਸੀ ਜਸਟਿਸ ਹਿਲਟਨ, ਤੇ ਉਹ ਸੁਪਰੀਮ ਕੋਰਟ ਦਾ ਜੱਜ ਸੀ, ਸਭ ਤੋਂ ਵੱਡਾ, ਜਿਵੇਂ ਆਪਣੇ ਚੀਫ ਜਸਟਿਸ ਆਫ ਇੰਡੀਆ ਹੁੰਦਾ ਅੱਜ ਦੇ ਟਾਈਮ ਦੇ ਵਿੱਚ, ਉਹ ਸੀ। ਉਹਦੇ ਨਾਲ 2 ਜੱਜ ਹੋਰ ਬੈਠੇ, ਇੱਕ ਸੱਜੇ ਤੇ ਇੱਕ ਖੱਬੇ। ਤੇ ਸਰਦਾਰ ਭਗਤ ਸਿੰਘ ਹੋਰੀ ਕਹਿੰਦੇ, ਕੀ ਗੱਲ? ਕਹਿੰਦੇ ਜੇ 3 ਬੈਠੇ ਹੋ, ਤੁਹਾਨੂੰ ਕੀ ਲੱਗਦਾ ਡਰ ਜਾਗੇ? 3 ਦੀ ਥਾਂ ਤੇ 300 ਬਿਠਾ ਦਿਓ ਤਾਂ ਵੀ ਨਹੀਂ ਡਰਦੇ। ਤੇ ਕਹਿੰਦੇ ਜੈ ਗੋਪਾਲ ਨੇ, ਜਿਹੜਾ ਕਿ ਸਰਦਾਰ ਭਗਤ ਸਿੰਘ ਹੋਰਾਂ ਦਾ ਸਾਥੀ ਸੀ, ਕਦਮ ਨਾਲ ਕਦਮ ਮਿਲਾ ਕੇ ਤੁਰਦਾ ਸੀ, ਪੈਸਿਆਂ ਦੀ ਲਾਲਚ ਦੇ ਵਿੱਚ ਆ ਕੇ, ਜਾਨ ਚਲੀ ਜਾਣ ਦੇ ਵੀ ਇਹ ਡਰ ਤੋਂ ਵੀ ਮੇਰੀ ਜਾਨ ਨਿਕਲ ਜਾਏਗੀ, ਜਾਂ ਮੈਨੂੰ 20-25 ਸਾਲ ਕਾਲਾ ਪਾਣੀ 'ਚ ਰਹਿਣਾ ਪਏਗਾ, ਉਮਰ ਕੈਦ ਦੀ ਮੈਨੂੰ ਸਜ਼ਾ ਹੋ ਜਾਏਗੀ, ਇਸ ਡਰ ਤੋਂ ਉਹਨੇ ਸਰਦਾਰ ਭਗਤ ਸਿੰਘ ਹੋਰਾਂ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਗਵਾਹੀ ਦਿੱਤੀ। ਉਹਨੇ ਕਿਹਾ ਇਹ ਪਲਾਨ ਸੁਖਦੇਵ ਨੇ ਬਣਾਇਆ ਸੀ। ਇਸ਼ਾਰਾ ਮੈਂ ਕੀਤਾ ਸੀ, ਜੇਪੀ ਸਾਉਂਡਰਸ ਨੂੰ ਇਸ਼ਾਰਾ ਹੋ ਗਿਆ ਸਕਾਟ ਦੀ ਜਗ੍ਹਾ ਤੇ। ਜੇ ਜੇਪੀ ਸਾਉਂਡਰਸ ਆਇਆ, ਪਹਿਲੀ ਗੋਲੀ ਰਾਜਗੁਰੂ ਨੇ ਚਲਾਈ ਤੇ ਉਸ ਤੋਂ ਬਾਅਦ ਸਰਦਾਰ ਭਗਤ ਸਿੰਘ ਨੇ 5 ਗੋਲੀਆਂ ਚਲਾਈਆਂ। ਉਹਨੇ ਆਹ ਗੱਲ ਕਹੀ। ਤੇ ਇਹ ਮੇਨ ਵਜ੍ਹਾ ਬਣੀ ਸੀ ਵੀ ਸਰਦਾਰ ਭਗਤ ਸਿੰਘ ਨੂੰ, ਸੁਖਦੇਵ ਥਾਪਰ ਨੂੰ ਤੇ ਸ਼ਿਵਰਾਮ ਹਰੀ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਹੋਈ। ਬੋਮ ਬਲਾਸਟ ਦੇ ਕੇਸ ਦੇ ਵਿੱਚ ਬਟੂਕੇਸ਼ਵਰ ਦੱਤ ਤੇ ਭਗਤ ਸਿੰਘ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਫਾਂਸੀ ਦੀ ਸਜ਼ਾ ਹੋਈ ਸੀ ਜੇਪੀ ਸਾਉਂਡਰਸ ਦੇ ਮਰਡਰ ਕੇਸ ਦੇ ਵਿੱਚ, ਕਿਉਂਕਿ ਧੋਖਾ ਹੋ ਗਿਆ ਨਾ। ਜਦੋਂ ਆਪਣੇ, ਹੁਣ ਮਾਫ ਕਰਿਓ, ਜਦੋਂ ਆਪਣੀ ਬੰਦੇ ਧੋਖਾ ਕਰਨ ਲੱਗ ਜਾਣ, ਜਦੋਂ ਵਾੜੀ ਖੇਤ ਨੂੰ ਖਾਣ ਲੱਗ ਜਾਏ, ਫਿਰ ਕਿਸੇ ਦਾ ਕੀ ਭਰੋਸਾ ਹੈ? ਜਦੋਂ ਆਪਣੀ ਬੰਦੇ ਗਦਾਰ ਹੋਣ, ਆਪਣੀ ਆਗੂ ਗਦਾਰ ਹੋਣ, ਹੁਣ ਮੈਂ ਗੱਲ ਕੋਰਿਲੇਟ ਕਰਦਾ ਮੈਂ, ਜਦੋਂ ਆਪਣੀ ਲੀਡਰ ਗਦਾਰ ਹੋਣ ਤੇ ਬਗਾਨਿਆਂ ਦਾ ਕੀ ਭਰੋਸਾ ਹੈ? ਜਦੋਂ ਆਪਣੀ ਕੁਝ ਬਾਬੇ ਲੋਕ ਬਗਾਨਿਆਂ ਦੇ ਪੈਰਾਂ 'ਚ ਜਾ ਕੇ ਬਹਿੰਦੇ ਹੋਣ,
ਫਿਰ ਦੂਜਿਆਂ ਦੇ ਭਰੋਸੇ ਨਹੀਂ ਕੀਤਾ ਜਾ ਸਕਦਾ। ਉਸੇ ਸਮੇਂ ਇਸੇ ਤਰ੍ਹਾਂ ਉਸ ਸਮੇਂ ਹੋਇਆ, ਜੈ ਗੋਪਾਲ ਨੇ ਸਰਦਾਰ ਭਗਤ ਸਿੰਘ ਹੋਰਾਂ ਦੇ ਖਿਲਾਫ ਗਵਾਹੀ ਦਿੱਤੀ, ਜਿਸ ਦੇ ਬੁਨਿਆਦ ਉੱਤੇ ਤਿੰਨਾਂ ਸੂਰਮਿਆਂ ਨੂੰ, ਸਰਦਾਰ ਭਗਤ ਸਿੰਘ ਹੋਰਾਂ ਨੂੰ, ਸੁਖਦੇਵ ਥਾਪਰ ਹੋਰਾਂ ਨੂੰ ਤੇ ਸ਼ਿਵਰਾਮ ਹਰੀ ਰਾਜਗੁਰੂ ਨੂੰ 24 ਮਾਰਚ 1931 ਨੂੰ ਫਾਂਸੀ ਦੀ ਸਜ਼ਾ ਤੈਅ ਹੋਈ। ਇਹਨਾਂ ਦੀ 24 ਮਾਰਚ 1931। ਤੇ ਜਦੋਂ ਇਹ ਸਜ਼ਾ ਅਨਾਉਂਸ ਹੋਈ ਤਾਂ ਇੱਕ ਵਾਰੀ ਕਹਿੰਦੇ ਇਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਜੇਲ੍ਹ ਦੇ ਵਿੱਚ, ਵੀ ਜੇਲ੍ਹ ਦੇ ਜੋ ਆਪਣੇ ਇੰਡੀਆ ਦੇ ਕੈਦੀ ਨੇ, ਜੋ ਸਿੱਖ ਕੈਦੀ ਨੇ, ਜੋ ਹਿੰਦੂ ਕੈਦੀ ਨੇ, ਇਹਨਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ, ਇਹਨਾਂ ਨੂੰ 2 ਟਾਈਮ ਦਾ ਖਾਣਾ ਚੰਗੀ ਤਰ੍ਹਾਂ ਨਹੀਂ ਦਿੱਤਾ ਜਾਂਦਾ, ਇਹਨਾਂ ਦੇ ਖਾਣੇ ਦੇ ਉੱਤੇ ਕਹਿੰਦੇ ਚੂਹੇ ਕਾਕਰੋਚ ਕਹਿੰਦੇ ਸ਼ਰੇਆਮ ਹੀ ਤੁਰੇ ਫਿਰਦੇ ਨੇ, ਬਾਸੀ ਸਬਜ਼ੀਆਂ ਦਿੰਦੇ ਨੇ, ਬਾਸੀ ਦਾਲ ਦਿੰਦੇ ਨੇ। ਸਰਦਾਰ ਭਗਤ ਸਿੰਘ ਕਹਿੰਦੇ ਦਾਲ ਫੁਲਕਾ ਦਿਓ, ਖਾਣ ਜੋਗਾ ਤੇ ਦਿਓ, ਬੰਦੀ ਆ, ਭਾਵੇਂ ਕੈਦੀ ਆ, ਭਾਵੇਂ ਜੇਲ੍ਹ 'ਚ ਬੈਠੇ ਆ, ਹੈ ਤੇ ਇਨਸਾਨ ਆ। ਗੋਰੇ ਕੈਦੀਆਂ ਨੂੰ ਕਹਿੰਦੇ ਤੁਸੀਂ ਅਖਬਾਰਾਂ ਵੀ ਦਿੰਦੇ ਹੋ, ਤੁਸੀਂ ਮੈਗਜ਼ੀਨ ਵੀ ਦਿੰਦੇ ਹੋ, ਤੁਸੀਂ 2-3 ਟਾਈਮ ਵਧੀਆ ਉਹਨਾਂ ਦੀ ਦਵਾਈਆਂ ਦਾ ਵੀ ਤੁਸੀਂ ਵੇਰਵਾ ਰੱਖਦੇ ਵੀ ਦਵਾਈ, ਕੋਈ ਸਿਰ ਦੁਖਦਾ, ਕਿਸੇ ਦਾ ਢਿੱਡ ਦੁਖਦਾ। ਤੇ 55 ਦਿਨ ਤੱਕ ਸਰਦਾਰ ਭਗਤ ਸਿੰਘ ਹੋਰਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਭੁੱਖ ਹੜਤਾਲ ਜਾਰੀ ਰੱਖੀ। 56ਵੇਂ ਦਿਨ ਕਹਿੰਦੇ 1 ਅਗਸਤ ਨੂੰ ਸਰਦਾਰ ਭਗਤ ਸਿੰਘ ਹੋਰਾਂ ਵਾਸਤੇ ਸਾਰੇ ਦੇਸ਼ ਨੇ ਕਿਹਾ, ਕਿਉਂਕਿ ਸਾਰੇ ਦੇਸ਼ 'ਚ ਚਰਚਾ ਹੋਣ ਲੱਗ ਗਿਆ ਅਖਬਾਰਾਂ ਦੇ ਥਰੂ, ਅਖਬਾਰਾਂ ਦਾ ਯੁੱਗ ਸੀ, ਤੇ ਸਰਦਾਰ ਭਗਤ ਸਿੰਘ ਹੋਰਾਂ ਦੀ ਪਰਸਨੈਲਿਟੀ ਗਾਂਧੀ ਤੋਂ ਉੱਤੇ ਜਾ ਰਹੀ ਸੀ। ਇਸ ਕਰਕੇ ਸਾਡੇ ਲੀਡਰਾਂ ਨੇ ਵੀ ਸਰਦਾਰ ਭਗਤ ਸਿੰਘ ਹੋਰੀ ਉਹਨਾਂ ਦੇ ਖਿਲਾਫ ਚੱਲੇ, ਨਹਿਰੂ ਹੋਰੀ, ਗਾਂਧੀ ਹੋਰੀ, ਜਿੰਨੇ ਵੀ ਸੀ ਇਹ ਸਾਰੇ ਸਰਦਾਰ ਭਗਤ ਸਿੰਘ ਹੋਰਾਂ ਦੇ ਖਿਲਾਫ ਚੱਲੇ। ਤੇ ਕਹਿੰਦੇ 56ਵੇਂ ਦਿਨ ਸਾਰੇ ਇੰਡੀਆ ਨੇ, ਸਾਰੇ ਦੇਸ਼ ਨੇ, ਸਾਰੇ ਵਤਨ ਨੇ ਸਰਦਾਰ ਭਗਤ ਸਿੰਘ ਹੋਰਾਂ ਵਾਸਤੇ 1 ਦਿਨ ਦਾ ਵਰਤ ਰੱਖਿਆ, ਭੁੱਖੇ ਰਹਿ ਕੇ ਵੇਖਿਆ। ਫਿਰ ਕਹਿੰਦੇ ਇੰਡੀਆ ਦੇ ਵਾਇਸਰਾਏ ਲਾਰਡ ਇਰਵਿਨ ਨੇ ਇੱਕ ਬਿੱਲ ਪਾਸ ਕੀਤਾ ਕਿ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ ਜੋ ਇੰਡੀਆ ਦੇ ਕੈਦੀ ਨੇ ਉਹਨਾਂ ਨੂੰ ਵੀ ਉਹੀ ਸਹੂਲਤਾਂ ਮਿਲਣਗੀਆਂ ਜੋ ਗੋਰੇ ਕੈਦੀਆਂ ਨੂੰ ਮਿਲਦੀਆਂ ਨੇ। ਇੱਕ ਬਹੁਤ ਵੱਡੀ ਜਿੱਤ ਸੀ, ਜੇਲ੍ਹ 'ਚ ਬੈਠਿਆਂ ਦੀ ਜਿੱਤ ਹੋਈ। ਦੇਖੋ, ਬਾਹਰ ਤੇ ਜਿੱਤਦੇ ਰਹੇ, ਬਾਹਰ ਲੋਕਾਂ ਦਾ ਵਿਸ਼ਵਾਸ ਜਿੱਤਿਆ, ਕਿਸਾਨਾਂ ਦੀ ਉਮੀਦ ਜਿੱਤੀ, ਵਰਕਰ ਦਾ, ਇੱਕ ਦਿਹਾੜੀਦਾਰ ਦਾ ਭਰੋਸਾ ਜਿੱਤਿਆ, ਤੇ ਮਾਫ ਕਰਿਓ ਜੇਲ੍ਹ 'ਚ ਬੈਠਿਆਂ ਨੇ ਵੀ ਬਹੁਤ ਕੁਝ ਜਿੱਤ ਲਿਆ। ਜਿਹੜਾ ਸਰਦਾਰ ਭਗਤ ਸਿੰਘ ਦੇ ਐਲੀਗੇਸ਼ਨਸ ਲਗਾਉਂਦੇ ਨੇ, ਉਹਨਾਂ ਨੇ ਸਰਦਾਰ ਭਗਤ ਸਿੰਘ ਦੀ ਜੀਵਨੀ ਨਹੀਂ ਪੜ੍ਹੀ ਚੱਜ ਨਾਲ। ਸਰਦਾਰ ਭਗਤ ਸਿੰਘ ਹੋਰਾਂ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਤਕਰੀਬਨ 500 ਕਿਤਾਬਾਂ ਪੜ੍ਹੀਆਂ, 250 ਤੇ ਸਿਰਫ ਜੇਲ੍ਹ ਦੇ ਵਿੱਚ ਪੜ੍ਹਨੀਆਂ, ਤੇ 300 ਜੇਲ੍ਹ ਤੋਂ ਪਹਿਲਾਂ ਜੋ ਉਹਨਾਂ ਦਾ ਸਫ਼ਰ ਰਿਹਾ ਆਜ਼ਾਦੀ ਦਾ, ਉਦੋਂ ਪੜ੍ਹੀਆਂ। ਤੇ ਕਹਿੰਦੇ ਜਦੋਂ ਫਾਂਸੀ ਮਿਲਣੀ ਸੀ ਉਹਨਾਂ ਨੂੰ, ਸਰਦਾਰ ਭਗਤ ਸਿੰਘ ਹੋਰਾਂ ਨੂੰ, ਫਾਂਸੀ ਤੋਂ ਕੁਝ 15-20 ਮਿੰਟ ਪਹਿਲਾਂ ਵੀ ਸਰਦਾਰ ਭਗਤ ਸਿੰਘ ਹੋਰੀ ਲੈਨਿਨ ਦੀ, ਜਿਹੜਾ ਕਿ ਇੱਕ ਰਸ਼ੀਅਨ ਰੈਵੋਲੂਸ਼ਨਰੀ ਸੀ, ਲੈਨਿਨ, ਉਹਦੀ ਆਟੋਬਾਇਓਗ੍ਰਾਫੀ ਪੜ੍ਹ ਰਹੇ ਸਨ। ਕਮਾਲ ਦੀ ਗੱਲ ਨਹੀਂ? ਵੇਖੋ, ਮੌਤ ਦਾ ਡਰ ਹੀ ਕੋਈ ਨਹੀਂ। ਸਰਦਾਰ ਭਗਤ ਸਿੰਘ ਹੋਰਾਂ ਨੂੰ ਮੌਤ ਦਾ ਡਰ ਨਹੀਂ ਸੀ, ਲੇਕਿਨ ਗੋਰਿਆਂ ਨੂੰ ਸਰਦਾਰ ਭਗਤ ਸਿੰਘ ਦਾ ਇੰਨਾ ਡਰ ਸੀ, ਉਹਨਾਂ ਨੂੰ ਲੱਗਾ ਵੀ ਜੇ ਸਰਦਾਰ ਭਗਤ ਸਿੰਘ ਹੋਰਾਂ ਨੂੰ 24 ਮਾਰਚ ਨੂੰ ਫਾਂਸੀ ਦਿਆਂਗੇ ਤੇ ਇੱਥੇ ਭੀੜ ਇਕੱਠੀ ਹੋ ਜਾਏਗੀ ਜੇਲ੍ਹ ਦੇ ਬਾਹਰ, ਤੇ ਸਰਦਾਰ ਭਗਤ ਸਿੰਘ ਹੋਰਾਂ ਦੀ, ਉਹਨਾਂ ਦੇ ਸਰੀਰ, ਸੁਖਦੇਵ ਦਾ ਸਰੀਰ, ਰਾਜਗੁਰੂ ਦਾ ਸਰੀਰ, ਉਹ ਸਰੀਰ ਲੈ ਕੇ ਧਰਨੇ ਲਾਉਣਗੇ, ਮੁਜ਼ਾਹਰੇ ਕਰਨਗੇ, ਤੇ ਕਹਿੰਦੇ ਅੰਗਰੇਜ਼ ਸਰਕਾਰ ਨੂੰ ਬਹੁਤ ਵੱਡਾ ਖਤਰਾ ਹੋ ਜਾਏਗਾ। ਅੰਗਰੇਜ਼ ਸਰਕਾਰ ਨੂੰ ਡਰ ਸੀ, ਇਸੇ ਕਰਕੇ ਉਹਨਾਂ ਨੇ ਜਿਹੜੀ ਸਵੇਰੇ 6 ਵਜੇ 6:30 ਵਜੇ ਫਾਂਸੀ ਹੋਣੀ ਸੀ ਸਰਦਾਰ ਭਗਤ ਸਿੰਘ ਹੋਰਾਂ ਨੂੰ 24 ਮਾਰਚ ਨੂੰ, ਉਹ ਸ਼ਾਮ ਦੇ 7 ਵਜੇ ਹੋਈ 23 ਮਾਰਚ 1931, ਇੱਕ ਦਿਨ ਪਹਿਲਾਂ ਫਾਂਸੀ ਹੋਈ ਸੀ ਸਰਦਾਰ ਭਗਤ ਸਿੰਘ ਹੋਰਾਂ ਨੂੰ ਸਮੇਂ ਤੋਂ। ਤੇ ਅੱਜ ਤੱਕ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਵੀ ਸਮੇਂ ਤੋਂ ਪਹਿਲਾਂ ਫਾਂਸੀ ਦਿੱਤੀ ਜਾਵੇ ਕਿਸੇ ਨੂੰ ਜਾਂ ਦਿੱਤੀ ਗਈ ਹੋਵੇ ਕਿਸੇ ਨੂੰ, ਅੱਜ ਤੱਕ ਨਹੀਂ ਹਿਸਟਰੀ ਦੇ ਵਿੱਚ ਹੋਇਆ। ਉਸ ਵੇਲੇ ਹੋਇਆ ਕਿਉਂਕਿ ਅੰਗਰੇਜ਼ਾਂ ਨੂੰ ਡਰ ਬਹਿ ਗਿਆ ਸੀ। ਤੇ ਮਾਫ ਕਰਿਓ, ਜਦੋਂ ਗਾਂਧੀ ਇਰਵਿਨ ਪੈਕਟ ਸਾਈਨ ਕੀਤਾ ਗਿਆ, ਲਾਰਡ ਇਰਵਿਨ ਜਿਹੜੇ ਕਿ ਇੰਡੀਆ ਦੇ ਵਾਇਸਰਾਏ ਸਨ, ਇੰਡੀਆ ਦੇ ਪ੍ਰੈਜ਼ੀਡੈਂਟ ਸਨ, ਕਹਿ ਲਓ ਆਮ ਭਾਸ਼ਾ ਦੇ ਵਿੱਚ, ਰਾਸ਼ਟਰਪਤੀ ਸੀ ਇੰਡੀਆ ਦਾ। ਜਦੋਂ 1956 ਦੇ ਵਿੱਚ ਨਾ, ਆਜ਼ਾਦੀ ਤੋਂ 8-9 ਸਾਲ ਬਾਅਦ, ਉਹਨਾਂ ਦਾ ਇੱਕ ਇੰਟਰਵਿਊ ਲਿਆ ਗਿਆ ਇੰਗਲੈਂਡ ਦੇ ਵਿੱਚ। ਇੰਟਰਵਿਊ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਸਰਦਾਰ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਟਾਲੀ ਜਾ ਸਕਦੀ ਸੀ? ਤੇ ਤੁਹਾਨੂੰ ਪਤਾ ਹੈ ਲਾਰਡ ਇਰਵਿਨ ਨੇ ਕੋਈ ਜਵਾਬ ਕੀ ਦਿੱਤਾ? ਲਾਰਡ ਇਰਵਿਨ ਨੇ ਕੋਈ ਜਵਾਬ ਦਿੱਤਾ
ਕਹਿੰਦੇ ਮੈਂ ਤੇ ਮੇਰੇ ਹਾਊਸ ਮੈਂਬਰਸ, ਮੇਰੇ ਪਾਰਟੀ ਦੇ ਰਿਪਰੈਜ਼ੈਂਟੇਟਿਵਸ ਤੇ ਮੈਂ ਪੂਰੀ ਤਰ੍ਹਾਂ ਮੈਂਟਲੀ ਪ੍ਰੀਪੇਅਰਡ ਬੈਠੇ ਸੀ ਕਿ ਨਹਿਰੂ ਤੇ ਗਾਂਧੀ ਹੋਰੀ ਆਉਣਗੇ ਤੇ ਸਰਦਾਰ ਭਗਤ ਸਿੰਘ ਦੀ ਫਾਂਸੀ ਨੂੰ ਟਾਲਣ ਵਾਸਤੇ ਇੱਕ ਤਕੜੀ ਤੇ ਲੰਬੀ ਬਹਿਸ ਕਰਨਗੇ। ਅਸੀਂ ਕਹਿੰਦੇ ਮੈਂਟਲੀ ਪੂਰੀ ਤਰ੍ਹਾਂ ਪ੍ਰੀਪੇਅਰਡ ਸੀ। ਲੇਕਿਨ ਗਾਂਧੀ ਆਇਆ, ਉਹਨੇ ਕੋਈ ਗੱਲ ਨਹੀਂ ਕੀਤੀ। ਕਹਿੰਦੇ ਫਿਰ ਮੈਂ ਪੁੱਛਿਆ, ਕਹਿੰਦੇ ਗਾਂਧੀ ਜੀ ਕੀ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਮੌਤ ਨਾਲ, ਉਹਨਾਂ ਦੀ ਸ਼ਹਾਦਤ ਨਾਲ ਦੇਸ਼ ਤੇ ਕੋਈ ਮਾੜਾ ਪ੍ਰਭਾਵ ਪਏਗਾ, ਐਡਮਿਨਿਸਟ੍ਰੇਸ਼ਨ ਤੇ ਕੋਈ ਮਾੜਾ ਪ੍ਰਭਾਵ ਪਏਗਾ? ਗਾਂਧੀ ਨੇ ਉਦੋਂ ਜਵਾਬ ਦਿੱਤਾ, ਪਏਗਾ ਪਰ ਅਸੀਂ ਸੰਭਾਲ ਲਾਂਗੇ। ਗਾਂਧੀ ਨੇ ਅੱਗੋਂ ਇਹ ਆਖਿਆ, ਗਾਂਧੀ ਕਹਿੰਦਾ ਮਾੜਾ ਪ੍ਰਭਾਵ ਪਏਗਾ ਕਿਉਂਕਿ ਗਾਂਧੀ ਦੇ ਬਰਾਬਰ ਇੱਕ ਪਰਸਨੈਲਿਟੀ ਜੋ ਟੱਕਰ ਦੀ ਬਣ ਰਹੀ ਸੀ, ਉਹਦਾ ਨਾਮ ਸੀ ਸਰਦਾਰ ਭਗਤ ਸਿੰਘ। ਤੇ ਗਾਂਧੀ ਨਹੀਂ ਸੀ ਚਾਹੁੰਦਾ, ਨਹਿਰੂ ਨਹੀਂ ਸੀ ਚਾਹੁੰਦਾ ਵੀ ਸਰਦਾਰ ਭਗਤ ਸਿੰਘ ਬਹੁਤਾ ਸਮੇਂ ਇਸ ਜਹਾਨ ਤੇ ਜਿਉਂਦੇ ਰਹਿਣ, ਇਸੇ ਤਰ੍ਹਾਂ ਰੈਵੋਲੂਸ਼ਨ ਨੂੰ ਆਪਣੀ ਨੂੰ ਅੱਗੇ ਵਧਾਉਂਦੇ ਰਹਿਣ। ਤੇ ਇਸੇ ਤਰ੍ਹਾਂ ਸਰਦਾਰ ਭਗਤ ਸਿੰਘ ਵੀ ਇਹ ਨਹੀਂ ਸੀ ਚਾਹੁੰਦੇ ਕਿ ਮੈਂ ਬੁਢਾਪੇ ਤੱਕ ਜਾਵਾਂ। ਉਹਨਾਂ ਨੇ ਕਿਹਾ ਸੀ 23 ਸਾਲ ਦੀ ਉਮਰ ਦੇ ਵਿੱਚ ਉਹ ਕਰ ਜਾਓ, 23-24 ਸਾਲ ਦੇ ਵਿੱਚ ਭਰ ਜਵਾਨੀ ਦੇ ਵਿੱਚ ਉਹ ਕਰ ਜਾਓ ਵੀ ਦੁਨੀਆ ਤੁਹਾਨੂੰ ਆਉਣ ਵਾਲੇ ਯੁੱਗਾਂ ਤੱਕ ਯਾਦ ਰੱਖੇ। ਤੁਹਾਨੂੰ 100 ਸਾਲ ਉਮਰ ਦੀ ਜਿਉਣ ਦੀ ਲੋੜ ਨਹੀਂ, ਕੁਝ ਇਹੋ ਜਿਹਾ ਕਰ ਜਾਓ ਵੀ ਦੁਨੀਆ ਤੁਹਾਨੂੰ ਆਉਣ ਵਾਲੇ 100 ਸਾਲ ਤੱਕ ਚੇਤਾ ਰੱਖੇ। ਤੇ ਮਾਫ ਕਰਿਓ, ਅੱਜ ਅਸੀਂ ਉਹਨਾਂ ਦੇ ਬਲਿਦਾਨ ਨੂੰ ਭੁਲਾਈ ਜਾ ਰਹੇ ਹਾਂ। ਗਾਂਧੀ ਨੇ ਮਾੜਾ ਕੀਤਾ, ਨਹਿਰੂ ਨੇ ਮਾੜਾ ਕੀਤਾ, ਅਸੀਂ ਕੀ ਕਰਦੇ ਪਏ? ਅਸੀਂ ਵੀ ਐਲੀਗੇਸ਼ਨ ਲਾਈ ਜਾਂਦੇ ਹਾਂ। ਅਸੀਂ ਉਹਨਾਂ ਦੇ ਜੀਵਨ ਤੋਂ ਕੁਝ ਸਿੱਖੀਏ, ਅਸੀਂ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲਈਏ, ਅਸੀਂ ਉਹਨਾਂ ਜੀਵਨ ਤੋਂ ਕੁਝ ਹਾਸਲ ਕਰੀਏ, ਕੁਝ ਖੱਟੀਏ।